ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਤੇ ਆਵੋ ਹਿਰਦੈ ਤੇ ਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜੁਨ ਵਿਘਨਨ ਕੇ ਨਾਸ਼ਕ ਵਿਘਨਨ ਕੇ ਨਾਸ਼ਕ ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਿਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋ ਤਰਾ ਧਰ ਪੁਨ ਪੁਨ ਸੀਸ ਜੀ ਪੁਨ ਪੁਨ ਸੀਸ। ਬੰਦੋਂ ਬਾਰ ਬਾਰ ਜਗਦੀਸ਼। ਜਿਸਮਹਿ ਅੰਮ੍ਰਿਤ ਗਿਆਨ ਹੈ ਮਾਨਸ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਚੌਪਈ। ਸ੍ਰੀ ਗੁਜਰੀ ਬੜ ਭਾਗ ਪ੍ਰਸੂਤਾ। ਉਪਜਿਓ ਬਾਲਕ ਸ਼ਬਦ ਭੂਤਾ। ਅਸ਼ਟ ਦੀਪ ਦੀਪਤ ਗ੍ਰਹਿ ਜਾਨੋ। ਦੁਤ ਕਟ ਗਈ ਉਦਿਓ ਰਵ ਮਾਨੋ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਸਰਬ ਕਲਾ ਭਰਪੂਰ ਸਤਿਗੁਰੂ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਉਪਸਥਿਤ ਹੋਏ ਗੁਰੂ ਸਵਾਰੇ ਗੁਰੂ ਪਿਆਰੇ ਸਤ ਸੰਗੀ ਜਨੋ। ਆਓ ਮਹਾਰਾਜ ਜੀ ਕੀ ਅਪਾਰ ਬਖਸ਼ਿਸ਼ ਨਾਲ ਸੰਧਿਆ ਵੇਲੇ ਦੇ ਪਾਵਨ ਪਵਿੱਤਰ ਦੀਵਾਨਾਂ ਦੀ ਪ੍ਰਾਰੰਭਤਾ ਕਰੀਏ। ਗੁਰੂ ਇਤਿਹਾਸ ਕੀ ਲੜੀਵਾਰ ਕਥਾ ਵਿਚਾਰ ਜੋ ਨਿਤਾ ਪ੍ਰਤਾਪ ਸੰਗਤ ਭਾਵਨਾ ਸ਼ਰਧਾ ਪਿਆਰ ਸਹਿਤ ਮਹਾਰਾਜ ਕੇ ਇਹਨਾਂ ਪਾਵਨ ਸਥਾਨਾਂ ਤੇ ਸਰਵਣ ਕਰਦੇ ਹੋ। ਚਲਦੀ ਆ ਰਹੀ ਲੜੀ ਤਹਿਤ ਕੁਝ ਸਮਾਂ ਮਹਾਰਾਜ ਜੀ ਕੇ ਜੀਵਨ ਵਰਤਾਂਤਾਂ ਦੇ ਨਾਲ ਗੁਰੂ ਇਤਿਹਾਸ ਦੇ ਨਾਲ ਜੁੜਨ ਦਾ ਆਪਾਂ ਯਤਨ ਕਰਦੇ ਹਾਂ। ਪ੍ਰਥਮ ਮਹਾਰਾਜ ਤੋਂ ਆਗਿਆ ਲਈਏ, ਰਸਨਾ ਪਵਿੱਤਰ ਕਰੀਏ, ਗੁਰੂ ਫਤਿਹ ਨਾਲ ਸਾਂਝ ਪਾਇਓ, ਫਤਿਹ ਪ੍ਰਵਾਨਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਰੋਜ਼ ਤੋਂ ਜੋ ਕਥਾ ਪ੍ਰਾਰੰਭ ਹੋਈ ਹੈ ਕਵੀ ਰਾਜਨ ਕਵੀ ਭਾਈ ਸੰਤੋਖ ਸਿੰਘ ਜੀ ਹੋਰਾਂ ਨੇ 10ਵੇਂ ਅਵਤਾਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੇ ਪਟਨੇ ਦੀ ਧਰਤੀ ਤੇ ਅਵਤਾਰ ਪੁਰਬ ਦੀ ਕਥਾ ਦਾ ਪ੍ਰਾਰੰਭ ਕੀਤਾ ਹੈ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੋ ਕਿ ਤ੍ਰਿਵੇਣੀ ਤੋਂ ਪਟਨੇ ਪਹੁੰਚੇ ਤੇ ਆਪਣੇ ਪਰਿਵਾਰ ਨੂੰ ਇੱਥੇ ਹੀ ਰੋਕ ਕਰਕੇ ਭਾਈ ਕਿਰਪਾਲ ਦਾਸ ਜੀ ਨੂੰ ਨਾਲ ਮਹਾਰਾਜ ਸੱਚੇ ਪਾਤਸ਼ਾਹ ਪਰਿਵਾਰ ਦੇ ਨਾਲ ਰੱਖਦੇ ਹੋਏ ਆਪ ਅੱਗੇ ਹੋਰ ਦੇਸ਼ਾਂ ਦੇ ਅੰਦਰ ਵੱਖ-ਵੱਖ ਸਥਾਨਾਂ ਤੇ ਪਹੁੰਚ ਗਏ।
ਪਟਨੇ ਤੋਂ ਅੱਗੇ ਟਾਕਾ, ਬਿਹਾਰ, ਅਸਾਮ, ਬਹੁਤ ਦੂਰ ਦੂਰ ਦੇਸ਼ਾਂ ਤੱਕ ਮਹਾਰਾਜ ਜਾ ਕਰਕੇ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਨੇ। ਇੱਧਰ ਕੁਝ ਸਮੇਂ ਬਾਅਦ ਸਤਿਗੁਰਾਂ ਦੇ ਇਸ ਪਟਨੇ ਤੋਂ ਅੱਗੇ ਜਾਣ ਤੋਂ ਉਪਰੰਤ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਗ੍ਰਹਿ ਵਿਖੇ ਇੱਕ ਲਾਲ ਦਾ ਅਵਤਰਨ ਹੁੰਦਾ ਹੈ, ਇੱਕ ਬੱਚੇ ਦੀ ਪੈਦਾਇਸ਼ ਹੁੰਦੀ ਹੈ। ਤੇ ਇਹ ਜਿਹੜਾ ਲਾਲ ਪ੍ਰਗਟ ਹੋਇਆ ਹੈ, ਇਸੇ ਨੂੰ ਹੀ ਅਸੀਂ ਗੋਬਿੰਦ ਰਾਏ ਦੇ ਨਾਮ ਤੋਂ ਜਾਣਦੇ ਹਾਂ, ਕਿਉਂਕਿ ਸਤਿਗੁਰਾਂ ਦੇ ਘਰ ਇੱਕ ਹੀ ਸਪੁੱਤਰ ਹੈ ਜਿਹੜੇ ਕਿ ਵੱਡੀ ਬਖਸ਼ਿਸ਼ ਵਾਲੇ ਹਨ। ਜਿਸ ਵੇਲੇ ਇਹ ਅਵਤਾਰ ਹੁੰਦਾ ਹੈ, ਜਾਂ ਜਿਵੇਂ ਭਾਈ ਸਾਹਿਬ ਜੀਆਂ ਨੇ ਜ਼ਿਕਰ ਕੀਤਾ ਹੈ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਦੀ ਕੁੱਖ ਤੋਂ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਵੇਂ ਅਵਤਾਰ ਲੈ ਰਹੇ ਹਨ, ਬਾਲਪਣੇ ਦੀ ਜੋ ਬਖਸ਼ਿਸ਼ ਹੈ ਉਹਦਾ ਜ਼ਿਕਰ ਕਰਦੇ ਹੋਏ ਇੱਥੇ ਜ਼ਿਕਰ ਕਰਦੇ ਹਨ। ਸ਼੍ਰੀ ਗੁਜਰੀ ਬਡਭਾਗ ਪ੍ਰਸੂਤਾ ਉਪਜੋ ਬਾਰਕ ਛਬ ਅਵਦੂਤਾ। ਗੁਰੂ ਕੇ ਮਹਿਲ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਦੇ ਕੁੱਖ ਦੇ ਅੰਦਰ ਬਖਸ਼ਿਸ਼ ਹੋਈ ਸੀ, ਬਾਲ ਲਾਲ ਗੋਬਿੰਦ ਰਾਏ ਜੀ ਪ੍ਰਗਟ ਹੋ ਰਹੇ ਨੇ। ਜੋ ਪ੍ਰਗਟ ਹੋ ਰਹੇ ਨੇ ਇੱਕ ਅਦਭੁਤ ਨਜ਼ਾਰਾ ਹੈ, ਅਦਭੁਤ ਬਖਸ਼ਿਸ਼ ਹੈ, ਅਦਭੁਤ ਕਿਰਪਾ ਹੈ, ਇਉਂ ਕਹਿ ਲਈਏ। ਕਿਉਂਕਿ ਜਿਵੇਂ ਹੀ ਅਵਤਾਰ ਹੁੰਦਾ ਹੈ, ਜਿਵੇਂ ਹੀ ਉਹ ਪ੍ਰਗਟ ਹੁੰਦੇ ਹਨ, ਬਹੁਤ ਬਖਸ਼ਿਸ਼ਾਂ ਵਰਤਦੀਆਂ ਹਨ, ਬੇਅੰਤ ਨਜ਼ਾਰੇ ਕੁਦਰਤ ਵਿੱਚ ਵੇਖਣ ਨੂੰ ਮਿਲਦੇ ਹਨ। ਸੋ ਆਰੰਭ ਵਿੱਚ ਹੀ ਕਵੀ ਜੀ ਨੇ ਜ਼ਿਕਰ ਕੀਤਾ, ਅਸ਼ਟਦੀਪ ਦੀਪਤ ਗ੍ਰਹਿ ਜਾਨੋ। ਜਿਵੇਂ 8 ਦੀਵਿਆਂ ਵਾਲਾ ਸ਼ਮਾਦਾਨ ਜਿਹੜਾ ਹੁੰਦਾ ਹੈ, ਪੁਰਾਣੇ ਸਮੇਂ ਦੇ ਵਿੱਚ ਰੌਸ਼ਨੀ ਦੇ ਲਈ ਉਹ ਜਗਾਇਆ ਜਾਂਦਾ ਸੀ। ਘਰ ਵਿੱਚ ਚਾਨਣ ਰਹੇਗਾ। ਘਰ ਦੇ ਅੰਦਰ ਜਿਸ ਸਥਾਨ ਤੇ ਲਾਲ ਗੋਬਿੰਦ ਰਾਏ ਜੀ ਪ੍ਰਗਟ ਹੋ ਰਹੇ ਨੇ, ਉੱਥੇ ਇੱਕ ਸ਼ਮਾਦਾਨ ਜਗ ਰਿਹਾ ਹੈ, ਜਿਹਦੇ ਅੰਦਰ ਕੋਈ 8 ਘਿਓ ਦੇ ਦੀਵੇ ਭਰ ਕੇ ਜਗ ਰਹੇ ਨੇ। ਤੇ ਉਹਨਾਂ 8 ਦਾ ਜਿਤਨਾ ਪ੍ਰਕਾਸ਼ ਹੈ, ਮਹਾਰਾਜ ਜੀ ਕੇ ਪ੍ਰਕਾਸ਼ ਹੋਣ ਤੇ, ਪ੍ਰਗਟ ਹੋਣ ਤੇ, ਉਹਨਾਂ ਸਾਰਿਆਂ ਦਾ ਜਿਹੜਾ ਪ੍ਰਕਾਸ਼ ਹੈ ਉਹ ਨਿੰਮਾ ਪੈ ਗਿਆ, ਭਾਵ ਥੋੜਾ ਹੋ ਗਿਆ। ਕਿਉਂਕਿ ਮਹਾਰਾਜ ਜੀ ਕੇ ਮੁਖ ਦੀ ਬਖਸ਼ਿਸ਼ ਐਸੀ ਹੈ ਕਿ ਭਾਈ ਸਾਹਿਬ ਕਹਿੰਦੇ ਨੇ ਉਹ ਸਾਰੇ ਦਾ ਸਾਰਾ ਪ੍ਰਕਾਸ਼ ਮਹਾਰਾਜ ਜੀ ਕੇ ਤੇਜ ਪ੍ਰਤਾਪ ਦੇ ਸਨਮੁਖ ਬਹੁਤ ਘੱਟ ਹੈ ਜੀ। ਸੇਬਿਆ ਮਾਨ ਧਾਇਨ ਤੇ ਮਾਤਾ। ਫਿਰ ਜਿਸ ਵਕਤ ਲਾਲ ਗੋਬਿੰਦ ਰਾਏ ਜੀ ਪ੍ਰਗਟ ਹੋ ਰਹੇ ਨੇ, ਜਨਮ ਹੋ ਰਿਹਾ, ਜਿਹੜੀਆਂ ਦਾਈਆਂ ਨੇ, ਜਿਹੜੀਆਂ ਸੇਵਾ ਵਿੱਚ ਲੱਗੀਆਂ ਹੋਈਆਂ ਸਨ, ਦਾਸੀਆਂ, ਉਹਨਾਂ ਨੂੰ ਪਤਾ ਲੱਗਾ ਕਿ ਘਰ ਦੇ ਅੰਦਰ ਪੁੱਤਰ ਦੀ ਪੈਦਾਇਸ਼ ਹੋਈ ਹੈ। ਸੋ ਬਹੁਤ ਜਲਦੀ ਦੇ ਨਾਲ ਉਸ ਸਥਾਨ ਤੋਂ ਦੌੜ ਕਰਕੇ ਸਤਿਕਾਰਯੋਗ ਮਾਤਾ ਨਾਨਕੀ ਜੀ, ਮਾਤਾ ਨਾਨਕੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕੇ ਮਾਤਾ ਹਨ, ਉਹ ਵੀ ਉਸ ਸਥਾਨ ਤੇ ਮੌਜੂਦ ਨੇ। ਦੌੜ ਕਰਕੇ ਮਾਤਾ ਜੀ ਕੇ ਪਾਸ ਪਹੁੰਚਦੀਆਂ ਹਨ। ਭਨੈ ਬਧਾਈ ਆਨੰਦ ਦਾਤਾ। ਤੇ ਆਉਂਦਿਆਂ ਹੀ ਜਿਵੇਂ ਮਾਤਾ ਨਾਨਕੀ ਜੀ ਦੇ ਪਾਸ ਪਹੁੰਚੀਆਂ, ਆਪਣੇ ਮੁਖ ਤੋਂ ਇਹ ਕਹਿਣ ਲੱਗੀਆਂ, ਮਾਤਾ ਜੀ ਵਧਾਈਆਂ ਹੋਣ, ਮਾਤਾ ਜੀ ਵਧਾਈਆਂ ਹੋਣ। ਆਪ ਜੀ ਦੇ ਗ੍ਰਹਿ ਵਿਖੇ, ਆਪ ਜੀ ਦੇ ਕੁਲ ਅੰਦਰ ਇੱਕ ਪੁੱਤਰ ਦੀ ਪੈਦਾਇਸ਼ ਹੋਈ ਹੈ। ਅੰਤਰ ਵਹਿਰ ਦਾਸ ਗਣ ਦਾਸੀ। ਤੇ ਜਿਤਨੀਆਂ ਵੀ ਸੇਵਕਾ ਦਾਸੀਆਂ ਮਹਾਰਾਜ ਜੀ ਕੇ ਪਰਿਵਾਰ ਦੀ ਹਜ਼ੂਰੀ ਵਿੱਚ ਸੇਵਾ ਕਰ ਰਹੀਆਂ ਸਨ, ਉਹ ਸਭ ਨੇ ਮਾਤਾ ਜੀ ਨੂੰ ਆ ਕਰਕੇ ਵਧਾਈ ਦਿੱਤੀ ਹੈ ਜੀ। ਵਿਚਰਤ ਇਤ ਉਤ ਹਿਰਦੈ ਉਲਾਸੀ। ਤੇ ਫਿਰ ਬੜੀ ਖੁਸ਼ੀ ਦੇ ਨਾਲ ਜਿਤਨੇ ਵੀ ਉਸ ਸਥਾਨ ਤੇ ਜ਼ਰੂਰੀ ਕਾਰਜ ਹਨ, ਜਿਵੇਂ ਅਜੇ ਕੁਝ ਮਿੰਟ ਪਹਿਲਾਂ ਹੀ, ਇਉਂ ਕਹਿ ਲਈਏ ਵੀ ਕੁਝ ਪਲ ਪਹਿਲਾਂ ਹੀ ਲਾਲ ਗੋਬਿੰਦ ਰਾਏ ਜੀ ਦਾ ਅਵਤਾਰ ਹੋਇਆ। ਸੋ ਸਭ ਨੂੰ ਇਸ ਖੁਸ਼ੀ ਦੀ ਖਬਰ ਦਾ ਜਿਸ ਵਕਤ ਪਤਾ ਲੱਗਾ, ਦਾਸੀਆਂ ਨੇ ਆ ਕੇ ਵਧਾਈ ਦਿੱਤੀ। ਹੁਣ ਸਾਰੇ ਬੜੀ ਖੁਸ਼ੀ ਦੇ ਨਾਲ ਉਹ ਸਾਰੇ ਕਾਰਜ ਇੱਧਰ ਉੱਧਰ ਵਿਚਰ ਕਰਕੇ ਕਰਨ ਲੱਗੇ ਹਨ। ਆਪਸ ਮੈਂ ਬੋ ਕਰ ਚਾਏ। ਆਪਸ ਦੇ ਵਿੱਚ ਵੀ ਹੁਣ ਬਹੁਤ ਚਾਉ ਦੇ ਨਾਲ, ਖੁਸ਼ੀ ਦੇ ਨਾਲ, ਜਿਵੇਂ ਕੋਈ ਇਉਂ ਕਹਿ ਲਈਏ ਵੱਖਰੀ ਬਖਸ਼ਿਸ਼ ਮਿਲ ਜਾਂਦੀ ਹੈ ਨਾ, ਬੜੀ ਖੁਸ਼ੀ ਦੇ ਨਾਲ ਦੌੜ ਕਰਕੇ ਸਾਰੇ ਕਾਰਜ ਹੋ ਰਹੇ ਹਨ। ਮਿਲੈ ਬਖਾਨੈ ਸੁਤਤ ਸੁਣਾਏ। ਫਿਰ ਜਿਵੇਂ ਹੀ ਕੋਈ ਮਿਲਦਾ ਹੈ ਤੇ ਇਸ ਖੁਸ਼ੀ ਦੇ ਮੌਕੇ ਤੇ ਫਟਾਫਟ ਦੂਜੇ ਨੂੰ ਖਬਰ ਦਿੰਦਾ। ਜਿਵੇਂ ਆਪਾਂ ਜਾਣਦੇ ਹਾਂ ਨਾ, ਕੋਈ ਵੀ ਐਸੀ ਖਬਰ ਹੋਵੇ, ਜਦੋਂ ਕਿਤੇ ਸਾਡੇ ਵੀ ਪਰਿਵਾਰਾਂ ਅੰਦਰ ਪ੍ਰਭੂ ਦਾਤ ਕਰੇ, ਗੁਰੂ ਦੀ ਕਿਰਪਾ ਨਾਲ ਪੁੱਤਰ ਦਾ ਜਨਮ ਹੁੰਦਾ, ਫਿਰ ਆਪਾਂ ਵੀ ਫਟਾਫਟ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਦੂਜੇ ਨੂੰ ਵੀ ਸਾਡੇ ਘਰ ਅੰਦਰ ਪੁੱਤਰ ਦੀ ਦਾਤ ਪ੍ਰਾਪਤ ਹੋਈ ਹੈ।
ਸੋ ਇਸ ਵਿਦਨਾ ਮਹਾਰਾਜ ਜੀ ਕੇ ਘਰ ਦੇ ਜਿਤਨੇ ਵੀ ਸੇਵਕ ਹਨ ਫਟਾਫਟ ਇੱਕ ਤੋਂ ਬਾਅਦ ਅੱਗੇ ਤੋਂ ਅੱਗੇ ਸਾਰੇ ਦੱਸ ਰਹੇ ਹਨ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਘਰ ਲਾਲ ਦੀ ਪੈਦਾਇਸ਼ ਹੋਈ ਹੈ। ਗੁਰ ਕਰ ਜਨਮਿਓ ਸਾਹਿਬ ਜਾਦਾ। ਵਧਾਈ ਦੇ ਰਹੇ ਹਨ, ਨਾਲੇ ਕਹਿ ਰਹੇ ਹਨ ਵੀ ਸਤਿਗੁਰਾਂ ਦੇ ਘਰ ਅੰਦਰ ਸਤਿਗੁਰਾਂ ਦਾ ਸਾਹਿਬਜ਼ਾਦਾ ਭਾਵ ਲਾਲ ਗੋਬਿੰਦ ਰਾਏ ਇਹ ਪ੍ਰਗਟ ਹੋਏ ਹਨ। ਸਭ ਨਿਜ ਜਨਨ ਦੇਹ ਅਹਲਾਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਇਹ ਬਖਸ਼ਿਸ਼ ਹੋਈ ਹੈ, ਜਿਹੜੇ ਸਾਹਿਬਜ਼ਾਦੇ ਜਨਮੇ ਹਨ, ਬਖਸ਼ਿਸ਼ ਦੇ ਨਾਲ ਸਾਰਿਆਂ ਨੂੰ ਕਿਰਪਾ ਕਰਨ ਵਾਲੇ ਹਨ। ਪੁੱਤਰ ਬਦਨ ਕੋ ਦੇਖ ਹਰਖੀ। ਤੇ ਜਿਹੜੇ ਮਾਤਾ ਨਾਨਕੀ ਜੀ ਬੜੇ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸਨ, ਕਿਉਂਕਿ ਮਾਤਾ ਨਾਨਕੀ ਜੀਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਵੀ ਇਹ ਬਚਨ ਦਿੱਤੇ ਸਨ ਵੀ ਸਮਾਂ ਆਵੇਗਾ ਜਿਸ ਵਕਤ ਆਪ ਜੀ ਦੇ ਪੁੱਤਰ ਦੇ ਗ੍ਰਹਿ ਵਿਖੇ ਇੱਕ ਪੁੱਤਰ ਹੋਵੇਗਾ ਤੇ ਵੱਡਾ ਯੋਧਾ ਹੋਵੇਗਾ। ਮਾਤਾ ਜੀ ਬੜੇ ਸਮੇਂ ਤੋਂ ਇਹ ਉਡੀਕ ਕਰ ਰਹੇ ਸਨ। ਹੁਣ ਜਿਸ ਵਕਤ ਵਧਾਈ ਮਿਲੀ ਹੈ, ਮਾਤਾ ਜੀ ਵੀ ਗਏ ਹਨ ਜਾ ਕੇ ਸਭ ਤੋਂ ਪਹਿਲਾਂ ਪੁੱਤਰ ਬਦਨ ਕੋ ਦੇਖ ਪਰੇਖੀ ਜਾ ਕਰਕੇ ਆਪਣੇ ਨੇਤਰਾਂ ਦੇ ਨਾਲ ਆਪਣੇ ਪੁੱਤਰੇ ਦੇ ਉਸ ਸੂਖਮ ਕੋਮਲ ਸਰੀਰ ਨੂੰ ਪਾਵਨ ਮੁਖ ਨੂੰ ਤੱਕਦੇ ਹਨ। ਮਾਤ ਨਾਨਕੀ ਮੋਦ ਵਿਸੇਖੀ। ਤੇ ਜਿਵੇਂ ਹੀ ਮਾਤਾ ਜੀਆਂ ਨੇ ਆਪਣੀ ਦ੍ਰਿਸ਼ਟੀ ਜਾ ਕਰਕੇ ਉਸ ਨਵੇਂ ਜਨਮੇ ਬੱਚੇ ਦੇ ਉੱਪਰ ਪਾਈ ਹੈ ਤੇ ਜਿਹੜੀ ਮਹਾਰਾਜ ਜੀ ਕੇ ਬਚਪਨ ਦੀ ਨੁਹਾਰ ਹੈ, ਜਿਵੇਂ ਭਾਈ ਸਾਹਿਬ ਜੀਆਂ ਨੇ ਜ਼ਿਕਰ ਕੀਤਾ ਨਾ ਵੀ ਸ਼ਮਾਦਾਨਾਂ ਦੀ ਰੋਸ਼ਨੀ ਥੋੜੀ ਪੈ ਗਈ, ਸੋ ਮਾਤਾ ਨਾਨਕੀ ਜੀ ਉਸ ਨੁਹਾਰ ਨੂੰ ਤੱਕ ਕੇ ਨਾ ਮਾਨੋ ਨੇਤਰ ਬੰਦ ਹੋ ਗਏ ਹਨ ਤੇ ਕਿਸੇ ਅਗੰਮੀ ਰਸ ਵਿੱਚ ਗਏ ਚਲੇ ਹਨ। ਮਨੋ ਕੋਕ ਨੰਦ ਬਿਕਸਤ ਸੁੰਦਰ। ਮਨ ਹੀ ਮਨ ਵਿੱਚ ਵਿਚਾਰਨ ਲੱਗੇ ਹਨ, ਕਿਉਂਕਿ ਇੱਕ ਤੇ ਭਾਵ ਉਹ ਹੈ ਜਿਹੜਾ ਪਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਦਿੱਤੀ ਹੋਈ ਸੀ, ਇੱਕ ਅੱਜ ਸਮਾਂ ਬਣਿਆ ਹੈ ਜਿਸ ਸਮੇਂ ਦੀ ਉਡੀਕ ਸੀ, ਅੱਜ ਉਹ ਘੜੀ ਆ ਚੁੱਕੀ ਹੈ। ਮਾਨੋ ਇਸ ਆਨੰਦ ਦੇ ਵਿੱਚ ਹੀ ਪ੍ਰਫੁੱਲਤ ਹੋ ਗਿਆ, ਖੁਸ਼ ਹੋ ਗਿਆ, ਆਨੰਦ ਵਿੱਚ ਗਏ ਚਲੇ ਹਨ। ਚੰਦ ਮਨੰਦ ਚਾਰ ਦੁਤ ਮੰਦਰ। ਅੱਜ ਇਹ ਵਿਚਾਰ ਰਹੇ ਹਨ ਕਿ ਸਾਡੇ ਲਾਲ ਦੇ ਘਰ ਅੰਦਰ ਵੀ 4 ਚੰਦ ਲੱਗ ਗਏ ਹਨ, ਭਾਵ ਬਹੁਤ ਬਖਸ਼ਿਸ਼ ਵਰਤੀ ਹੈ ਉਸ ਪਰਿਪੂਰਨ ਪਰਮਾਤਮਾ ਨੇ ਤਰੁੱਠ ਕਰਕੇ ਇਹਨਾਂ ਨੂੰ ਇੱਕ ਪੁੱਤਰ ਦੀ ਦਾਤ ਦਿੱਤੀ ਹੈ। ਭਈ ਪ੍ਰਭਾਤ ਸਭ ਬੱਜੀ ਬਧਾਈ। ਫਿਰ ਜਿਵੇਂ ਦਿਨ ਚੜ ਗਿਆ ਪ੍ਰਭਾਤ ਹੋ ਗਈ, ਕਿਉਂਕਿ ਅਸੀਂ ਇਤਿਹਾਸ ਵਿੱਚ ਪੜ੍ਹਦੇ ਹਾਂ ਗੁਰਮੁਖੋ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਜਿਹੜਾ ਅਵਤਾਰ ਹੈ ਇਹ ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਹੋਇਆ ਹੈ। ਪੋਸ ਦੀ 7ਵੀਂ ਦਾ ਸਮਾਂ ਜੋ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ, ਅੰਮ੍ਰਿਤ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਨ੍ਹਾਂ ਦਾ ਅਵਤਾਰ ਹੋਇਆ ਸੀ, ਸੋ ਅਵਤਾਰ ਤੋਂ ਉਪਰੰਤ ਉਸ ਵਕਤ ਜਿੰਨੇ ਪ੍ਰਾਣੀ ਪਾਸ ਹਨ, ਸੇਵਕ ਸੇਵਕਾਵਾਂ ਜਾਂ ਮਾਤਾ ਨਾਨਕੀ ਜੀ, ਮਾਮਾ ਕਿਰਪਾਲ ਚੰਦ ਜੀ ਹੋਰ ਆਦਿਕ, ਉਹ ਤਾਂ ਸਾਰੇ ਮੌਜੂਦ ਨੇ। ਜਿਵੇਂ ਦਿਨ ਚੜਿਆ ਫਿਰ ਵਧਾਈ ਵੱਜ ਗਈ, ਭਾਵ ਜਿਹੜੀਆਂ ਗੁਰੂ ਕੇ ਸਿੱਖ ਸੰਗਤਾਂ ਹਨ ਉਹਨਾਂ ਤਾਈਂ ਵੀ ਇਹ ਖਬਰ ਪਹੁੰਚ ਗਈ ਹੈ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਘਰ ਇੱਕ ਲਾਲ ਪੈਦਾ ਹੋਇਆ ਹੈ। ਭਈ ਪ੍ਰਾਤ ਸਭ ਬੱਜੀ ਵਧਾਈ। ਫਿਰ ਸਾਰੇ ਪਟਨੇ ਨਗਰ ਦੇ ਅੰਦਰ ਇਹ ਖਬਰ ਪਹੁੰਚੀ ਤੇ ਵਧਾਈ ਦੇਣ ਦੇ ਲਈ ਹਰ ਕੋਈ ਪਹੁੰਚਣ ਲੱਗਾ ਹੈ। ਮਿਲ ਸੰਗਤ ਇਕੱਠੀ ਹੋਏ ਆਈ। ਫਿਰ ਜਿਸ ਵੀ ਕਿਸੇ ਨੇ ਸੁਣਿਆ ਹੈ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਘਰ ਲਾਲ ਪ੍ਰਗਟ ਹੋਇਆ ਹੈ, ਸੋ ਫਿਰ ਸਾਰੀ ਸੰਗਤ ਇਕੱਤਰ ਹੋ ਕਰਕੇ ਮਿਲ ਕਰਕੇ ਮਹਾਰਾਜ ਜੀ ਕੇ ਪਰਿਵਾਰ ਦੇ ਪਾਸ, ਕਿਉਂਕਿ ਗੁਰੂ ਤੇਗ ਬਹਾਦਰ ਜੀ ਆਪ ਤੇ ਉਸ ਸਥਾਨ ਤੇ ਹੈ ਨਹੀਂ, ਮਾਤਾ ਨਾਨਕੀ ਜੀ ਨੇ ਜਾਂ ਮਾਤਾ ਗੁਜਰ ਕੌਰ ਜੀ ਦੇ ਭਰਾਤਾ ਕਿਰਪਾਲ ਚੰਦ ਜੀ ਨੇ, ਸੋ ਸਾਰੀ ਸੰਗਤ ਇਕੱਤਰ ਹੋ ਕਰਕੇ ਪਰਿਵਾਰ ਨੂੰ ਵਧਾਈ ਦੇਣ ਦੇ ਲਈ ਤਤਸ਼ਨ ਪਹੁੰਚ ਰਹੀ ਹੈ। ਭਾਂਤ ਭਾਂਤ ਕੇ ਕੋਤਕ ਕਰਹੀ। ਤੇ ਬਹੁਤ ਪ੍ਰਸੰਨ ਹੈ ਸੰਗਤ, ਭਾਂਤ ਭਾਂਤ ਅਨੇਕਾਂ ਤਰੀਕਿਆਂ ਦੇ ਨਾਲ, ਜਿਵੇਂ ਦਰਸ਼ਨ ਕਰਨ ਦੇ ਲਈ ਬੜਾ ਉਲਹਾਸ ਹੈ, ਖੁਸ਼ੀ ਹੈ, ਆਨੰਦ ਹੈ, ਤੇ ਉਹ ਫਿਰ ਪਹੁੰਚ ਰਹੇ ਹਨ। ਸ਼੍ਰੀ ਸਤਿਗੁਰ ਕੇ ਸ਼ਬਦ ਉਚਰਈ। ਤੇ ਭਾਈ ਸਾਹਿਬ ਜੀ ਕਹਿੰਦੇ ਨੇ ਸ਼ੁਕਰ ਵਿੱਚ ਆ ਕਰਕੇ ਨਾ ਸੰਗਤਾਂ ਜਿਹੜੀਆਂ ਹਨ ਸਤਿਗੁਰੂ ਜੀ ਕੀ ਉਚਾਰਨ ਕੀਤੀ ਹੋਈ ਬਾਣੀ ਦੇ ਸ਼ਬਦ ਗਾਉਂਦੀਆਂ ਹੋਈਆਂ ਟੋਲੀਆਂ ਦੇ ਅੰਦਰ ਇਕੱਠ ਦੇ ਵਿੱਚ ਮਹਾਰਾਜ ਜੀ ਕੇ ਘਰ ਅੰਦਰ ਪਹੁੰਚਦੀ ਹੈ ਜੀ। ਬੱਜੈ ਮਿਰਦੰਗ ਰਬਾਬ ਵਿਸਾਲਾ। ਦਿਨ ਦਾ ਚੜ੍ਹਾਅ ਹੋਇਆ ਸੀ, ਅਜੇ ਪ੍ਰਭਾਤ ਹੋਈ ਸੀ
ਤੇ ਬੇਅੰਤ ਸੰਗਤਾਂ ਸਾਜ਼ ਵਜਾਉਂਦੀਆਂ ਹੋਈਆਂ, ਜਿਵੇਂ ਮਰਦੰਗ, ਰਬਾਬ, ਇੱਦਾਂ ਵੱਖ-ਵੱਖ ਤਰ੍ਹਾਂ ਦੇ ਸਾਜ਼ ਵਜਾਉਂਦੀਆਂ ਗੁਰਬਾਣੀ ਦੇ ਸ਼ਬਦ ਕੀਰਤਨ ਕਰਦੇ ਹੋਈ ਸੰਗਤ ਜਿਹੜੀ ਹੈ ਮਹਾਰਾਜ ਜੀ ਕੇ ਗ੍ਰਹਿ ਵਿਖੇ ਪਟਨੇ ਦੀ ਧਰਤੀ ਤੇ ਪਹੁੰਚਣ ਲੱਗੀ ਹੈ। ਕਰੈ ਕੀਰਤਨ ਸ਼ਬਦ ਉਜਾਲਾ। ਕੀਰਤਨ ਹੋ ਰਿਹਾ ਹੈ ਕਿਉਂਕਿ ਗੁਰੂ ਘਰ ਦਾ ਤਾਂ ਵੈਸੇ ਇਹ ਵਿਧਾਨ ਵੀ ਹੈ, ਨਿਯਮ ਵੀ ਹੈ। ਮਹਾਰਾਜ ਜੀ ਕੇ ਘਰ ਵਿੱਚ ਤੇ ਕੀਰਤਨ ਰੋਜ਼ਾਨਾ ਹੁੰਦਾ ਹੈ, ਆਪਾਂ ਸੁਣਦੇ ਹਾਂ। ਲੇਕਿਨ ਜਿਹੜੀ ਸੰਗਤ ਦਰਸ਼ਨ ਦੇ ਲਈ ਆ ਰਹੀ ਹੈ ਉਹ ਵੀ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਗਾਇਨ ਕਰ ਰਹੀ ਸੀ। ਪੰਚਾਮ੍ਰਿਤ ਬਨਵਾਵੈ ਰਾਸ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਘਰ ਦੀ ਜਿਹੜੀ ਅਗੰਮੀ ਬਖਸ਼ਿਸ਼ ਦੇਗ ਦਾ ਪ੍ਰਸ਼ਾਦ ਵਰਤਦਾ ਹੈ। ਮਾਤਾ ਜੀਆਂ ਨੇ ਆਈ ਹੋਈ ਸੰਗਤ ਦੇ ਲਈ ਸਭ ਤੋਂ ਪਹਿਲਾਂ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਵਾਈ ਹੈ। ਗੁਰ ਦਰ ਪਰ ਕਰ ਕਰ ਅਰਦਾਸ। ਉਹ ਦੇਗ ਲੈ ਕਰਕੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਯਾਦ ਕਰਕੇ ਗੁਰੂ ਦਾ ਧਿਆਨ ਧਰ ਕੇ ਬੇਅੰਤ ਸੰਗਤਾਂ ਪਰਿਵਾਰ ਸਹਿਤ ਸ਼ੁਕਰ ਦੀ ਅਰਦਾਸ ਕਰ ਰਹੇ ਸਨ। ਵੰਡੈ ਚੈ ਧੰਨ ਗੁਰ ਕਹੈ। ਤੇ ਜਿਵੇਂ ਉਹ ਦੇਗ ਪ੍ਰਸ਼ਾਦ ਅਰਦਾਸ ਕਰਕੇ ਫਿਰ ਵੰਡ ਕੇ ਛਕਦੇ ਹਨ, ਅਚੈ ਤੋਂ ਭਾਵ ਹੈ ਉਹਨੂੰ ਛਕਿਆ ਜਾਂਦਾ ਹੈ। ਤੇ ਨਾਲ ਆਪਣੇ ਮੁਖ ਤੋਂ ਇਹ ਸ਼ਬਦ ਸੰਗਤ ਉਚਾਰਨ ਕਰਦੀ ਹੈ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਸ਼ਬਦ ਲਿਖੇ ਨੇ ਧੰਨ ਗੁਰ ਕਹਿ। ਆਪਣੇ ਮੁਖ ਤੋਂ ਸੰਗਤ ਸ਼ਬਦ ਉਚਾਰਨ ਕਰਦੀ ਹੈ, ਧੰਨ ਹਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। ਅੱਜ ਜਿਨ੍ਹਾਂ ਦੇ ਗ੍ਰਹਿ ਵਿਖੇ ਇਹ ਬਖਸ਼ਿਸ਼ ਹੋਈ ਹੈ ਤੇ ਜਿਨ੍ਹਾਂ ਦੇ ਸਾਹਿਬਜ਼ਾਦੇ ਦਾ ਦੀਦਾਰ ਸਾਨੂੰ ਵੀ ਨਸੀਬ ਹੋਇਆ ਹੈ ਜੀ। ਵੱਡੇ ਭਾਗ ਆਪਣੇ ਜਨ ਲਹੈ। ਸੰਗਤ ਆਪਣੇ ਵਡਭਾਗ ਸਮਝ ਰਹੀ ਹੈ ਤੇ ਇਹਦੇ 'ਚ ਕੋਈ ਦੋਰਾਵਾ ਨਹੀਂ ਗੁਰਮੁਖੋ, ਕਿਉਂਕਿ ਪਟਨੇ ਦੀ ਧਰਤੀ ਨੂੰ ਤਾਂ ਸਤਿਗੁਰਾਂ ਨੇ ਨਿਵਾਜਿਆ ਹੀ ਨਿਵਾਜਿਆ ਸੀ। ਪਟਨੇ ਤਾਂ ਮਹਾਰਾਜ ਗੁਰੂ ਤੇਗ ਬਹਾਦਰ ਜੀ ਨੇ ਜਾ ਕੇ ਆਪਣੇ ਦਰਸ਼ਨ ਦਿੱਤੇ ਹੀ ਦਿੱਤੇ, ਲੇਕਿਨ ਸਾਹਿਬਜ਼ਾਦਾ ਗੋਬਿੰਦ ਰਾਏ ਜੀ ਦੇ ਅਵਤਾਰ ਤੋਂ ਬਾਅਦ ਜਿਹੜੀ ਪਟਨੇ ਦੀ ਧਰਤੀ ਨੂੰ ਨਵੇਕਲੀ ਬਖਸ਼ਿਸ਼ ਮਿਲੀ, ਅੱਜ ਉਸ ਸਥਾਨ ਤੇ ਤਖਤ ਸ੍ਰੀ ਹਰਿਮੰਦਰ ਕਾਇਮ ਹੈ। ਉਹ ਇੱਕ ਵੱਖਰੀ ਬਖਸ਼ਿਸ਼ ਹੈ। ਇਹ ਸੰਗਤ ਦਾ ਵਡਭਾਗ ਹੈ ਕਿ ਗੁਰੂ ਤੇਗ ਬਹਾਦਰ ਜੀ ਤੇ ਬਖਸ਼ਿਸ਼ਕਾਰੀ ਗਏ। ਅੱਗੇ 10ਵੇਂ ਅਵਤਾਰ 10ਵੇਂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਿਹੜੀ ਬਚਪਨੇ ਦੇ ਵਿੱਚ ਬਾਲਪਨੇ ਦੇ ਅੰਦਰ ਜੋ ਉੱਥੇ ਕੌਤਕ ਵਰਤਾਏ, ਜਿਹੜੀ ਕਿਰਪਾ ਹੋਈ ਜਾਂ ਜਿਹੜੇ ਅਵਤਾਰ ਦੀ ਸਾਖੀ ਹੈ, ਉਹ ਸਭ ਕੁਝ ਹੋਣ ਕਰਕੇ ਪਟਨੇ ਦੀ ਧਰਤੀ, ਪਟਨੇ ਦੀ ਸੰਗਤ ਇਤਨੀ ਨਿਵਾਜੀ ਗਈ ਕਿ ਅੱਜ ਗੁਰੂ ਕਾ ਆਪਣਾ ਨਿੱਜੀ ਮਹਲ ਉਸ ਸਥਾਨ ਤੇ ਹੈ ਜੀ। ਪਾਟ ਕਲਾਵਤ ਢਾਡੀ ਆਵੈ। ਫਿਰ ਇਸ ਖੁਸ਼ੀ ਦੇ ਵਿੱਚ ਬਹੁਤ ਸਾਰੇ ਜਿਹੜੇ ਭੱਟ ਹਨ, ਜਿਵੇਂ ਕਵਿਤਾਵਾਂ ਗਾਉਣ ਵਾਲੇ, ਢਾਡੀ ਹਰਵਾਰਾਂ ਗਾਉਣ ਵਾਲੇ, ਕਲਾਵਤ, ਜਿਵੇਂ ਇਹ ਉਹ ਸਭ ਇਕੱਤਰ ਹੋ ਰਹੇ ਹਨ। ਕਾਰਨ ਕੀ ਹੈ ਕਿ ਇੱਕ ਤੇ ਖੁਸ਼ੀ ਦਾ ਸਮਾਂ ਹੈ ਤੇ ਅਕਸਰ ਆਪਾਂ ਵੇਖਦੇ ਹਾਂ ਜਦੋਂ ਵੀ ਕਿਸੇ ਦੇ ਘਰ ਅੰਦਰ ਕੋਈ ਖੁਸ਼ੀ ਹੁੰਦੀ ਹੈ, ਇਸ ਸਮੇਂ ਵਧਾਈ ਦੇਣ ਦੇ ਲਈ ਇਹ ਪਹੁੰਚਦੇ ਨੇ, ਸਾਰੇ ਹੀ ਆਉਂਦੇ ਨੇ ਵੀ ਚਲੋ ਖੁਸ਼ੀ ਦਾ ਸਮਾਂ ਹੈ। ਖਾਸ ਕਰਕੇ ਸਤਿਗੁਰਾਂ ਦੇ ਘਰ ਅੰਦਰ ਤੇ ਦਾਨ ਪੁੰਨ ਦੀ ਕੋਈ ਕਮੀ ਨਹੀਂ ਹੈ। ਜਦੋਂ ਤੋਂ ਮਹਾਰਾਜ ਨੇ ਆਪ ਆਪਣੀ ਰਚਨਾ ਵਿੱਚ ਲਿਖਿਆ, ਜਾਬੀ ਜਾਤ ਤ੍ਰਿਵੇਣੀ ਪਏ ਪੁੰਨ ਦਾਨ ਦਿਨ ਕਰਤ ਬਿਤਾਏ। ਸੋ ਇਹ ਦਾਨ ਉਸ ਦਿਨ ਤੋਂ ਮਾਤਾ ਜੀ ਕਰਨ ਲੱਗੇ ਤੇ ਜਦੋਂ ਤੱਕ ਮਹਾਰਾਜ ਪੰਜਾਬ ਦੀ ਧਰਤੀ ਨੂੰ ਮੁੜੇ ਨਹੀਂ, ਇਹ ਨਿਰੰਤਰ ਇਦਾਂ ਹੀ ਚੱਲਦਾ ਰਿਹਾ। ਸੋ ਇਹ ਦਾਨ ਲੈਣ ਦੇ ਲਈ ਤੇ ਖੁਸ਼ੀ ਦੇ ਸਮੇਂ ਤੇ ਵਧਾਈਆਂ ਦੇਣ ਦੇ ਲਈ ਵੱਖ-ਵੱਖ ਤਰ੍ਹਾਂ ਦੇ ਭੱਟ, ਕਵੀਸ਼ਰ, ਢਾਡੀ ਆਦਿਕ ਜਿਹੜੇ ਹਨ ਉਹ ਪਹੁੰਚੇ ਹਨ। ਪਨੈ ਵਧਾਈ ਬਾਂਛਤ ਪਾਵੈ। ਆਪਣੇ ਮੁਖ ਤੋਂ ਮਹਾਰਾਜ ਜੀ ਕੇ ਪਰਿਵਾਰ ਨੂੰ ਵਧਾਈਆਂ ਦਿੰਦੇ ਹਨ। ਮਾਤਾ ਨਾਨਕੀ ਜੀ ਨੂੰ, ਮਾਮਾ ਕਿਰਪਾਲ ਚੰਦ ਜੀ ਨੂੰ ਵਧਾਈਆਂ ਦਿੰਦੇ ਹਨ ਤੇ ਨਾਲ ਹੀ ਮਨ ਇੱਛਿਤ, ਮਨ ਵਾਂਛਿਤ ਫਲ ਜਿਹੜੇ ਹੈ, ਭਾਵ ਜੋ ਵੀ ਦਾਨ ਖੁਸ਼ੀ ਵਿੱਚ ਅੱਗੋਂ ਮਿਲਦਾ ਹੈ, ਉਹ ਪ੍ਰਾਪਤ ਕਰਦੇ ਹਨ। ਵੇਖ ਕਲੀਵਨ ਦੇਵ ਬਦੁੱਟੀ। ਦੇਖ ਕਲੀਵਨ ਦੇਵ ਬਦੁੱਟੀ, ਇਹਦੇ ਭਾਵ ਅਰਥ ਜਿਹੜੇ ਹਨ ਕਿ ਜਿਵੇਂ ਆਪਾਂ ਵੇਖਦੇ ਹਾਂ ਨਾ, ਦੇਵਤਿਆਂ ਦੀਆਂ ਇੱਕ ਜਾਤੀਆਂ, ਜਾਂ ਅਸੀਂ ਇੱਧਰ ਸੰਸਾਰ ਵਿੱਚ ਜਦੋਂ ਕਿਤੇ ਗੱਲ ਕਰਦੇ ਹਾਂ, ਖਾਸ ਕਰਕੇ ਜਦੋਂ ਕਿਸੇ ਘਰ ਅੰਦਰ ਖੁਸ਼ੀ ਦਾ ਸਮਾਂ ਹੁੰਦਾ, ਵਿਆਹ ਕਾਰਜ ਹੋਵੇ, ਪੁੱਤਰ ਦੀ ਪੈਦਾਇਸ਼ ਹੋਈ ਹੋਵੇ, ਤਾਂ ਇੱਕ ਫਿਰਕਾ ਹੈ ਸਾਡੇ ਸਮਾਜ ਦਾ, ਜਿਵੇਂ ਕਹਿ ਲਈਏ ਅਰਧ ਜਾਤੀ ਮਨੁੱਖ ਮੰਨੀ ਗਈ ਹੈ, ਜਿਹਨੂੰ ਆਪਾਂ ਆਪਣੇ ਸ਼ਬਦਾਂ ਦੇ ਵਿੱਚ ਖੁਸਰਾ ਵੀ ਕਹਿ ਦਿੰਦੇ ਹਾਂ। ਤੇ ਬਹੁਤਾਤ ਵਿੱਚ ਨਾ ਉਹ ਜਿਤਨੇ ਵੀ ਪ੍ਰਾਣੀ ਨੇ, ਸਾਡਾ ਸਮਾਜ ਉਹਨਾਂ ਦੀ ਇੱਕ ਵੱਖਰੇ ਕਿਸਮ ਦੇ ਨਾਲ ਪੂਜਾ ਕਰਦਾ ਹੈ। ਅਸੀਂ ਮੰਨਦੇ ਹਾਂ ਵੀ ਇਹ ਦੇਵਤੇ ਲੋਕ ਨੇ। ਉਹ ਆਪਣੀ ਉਪਜੀਵਕਾ ਇੱਦਾਂ ਹੀ, ਸਾਰਾ ਜੀਵਨ ਇੱਦਾਂ ਹੀ ਗੁਜ਼ਾਰਦੇ ਨੇ। ਖੁਸ਼ੀ ਦੇ ਸਮੇਂ ਸਾਡੇ ਗ੍ਰਸਤੀਆਂ ਦੇ ਘਰਾਂ ਅੰਦਰ ਪਹੁੰਚਦੇ ਨੇ, ਵਧਾਈਆਂ ਦਿੰਦੇ ਨੇ, ਨਾਚ ਗਾਣਾ ਕਰਦੇ ਨੇ ਤੇ ਉੱਥੋਂ ਜੋ ਕੁਝ ਵੀ ਮਿਲਦਾ ਹੈ ਉਹਦੇ ਨਾਲ ਆਪਣਾ ਜੀਵਨ ਬਤੀਤ ਕਰਦੇ ਨੇ। ਸੋ ਸਾਡੇ ਸਮਾਜ ਵੱਲੋਂ ਫਿਰ ਉਹਨਾਂ ਨੂੰ ਇੱਕ ਸਤਿਕਾਰ ਦਿੱਤਾ ਜਾਂਦਾ ਹੈ।
ਇਸ ਬਿਦਨਾ ਭਾਈ ਸਾਹਿਬ ਜੀ ਕਹਿੰਦੇ ਨੇ ਵੀ ਇਹ ਦੇਵਤਿਆਂ ਦੀ ਕੁੱਲ ਵਿੱਚੋਂ ਮੰਨੇ ਜਾਣ ਵਾਲੇ ਮਨੁੱਖ ਹਨ, ਜਿਹੜੇ ਇਸ ਸਮੇਂ ਤੇ ਮਹਾਰਾਜ ਜੀ ਕੇ ਘਰ ਅੰਦਰ ਵੀ ਹਾਜ਼ਰ ਹੋਏ ਹਨ। ਧਰ ਆਵੈ ਜਨ ਜਗਦੁਤ ਲੂਟੀ, ਘਰ ਆਵੈ ਭਾਵ ਸਾਰੇ ਇਕੱਤਰ ਹੋ ਕਰਕੇ ਦੂਰ ਨੇੜੇ ਤੋਂ ਜਿਤਨੇ ਵੀ ਹਨ ਸਭ ਮਹਾਰਾਜ ਜੀ ਕੇ ਘਰ ਅੰਦਰ ਪਹੁੰਚਦੇ ਹਨ। ਢੋਲਕ ਟਲਕਾ ਘੁੰਗਰੂ ਤਾਲੀ, ਫਿਰ ਢੋਲਕ ਵਜਾਉਣੇ ਜਾਂ ਜਿਤਨੇ ਵੀ ਉਹ ਸਾਜ਼ ਹਨ ਜਿਨ੍ਹਾਂ ਦੇ ਸਾਜ਼ਾਂ ਤੇ ਉੱਪਰ ਖੁਸ਼ੀ ਨੂੰ ਪ੍ਰਗਟ ਕਰਨ ਦੇ ਲਈ ਨਾਚ ਗਾਣਾ ਕੀਤਾ ਜਾਂਦਾ ਹੈ। ਵੈਸੇ ਤਾਂ ਜੇ ਆਪਾਂ ਵੇਖਾਂਗੇ ਨਾ ਗੁਰਮੁਖੋ ਸਤਿਗੁਰਾਂ ਨੇ ਬਾਣੀ ਦੇ ਵਿੱਚ ਸਾਨੂੰ ਕੇਵਲ ਸ਼ਬਦ ਦਾ ਵਿਧਾਨ ਬਖਸ਼ਿਆ। ਜਦੋਂ ਕਿਤੇ ਕੋਈ ਘਰ ਅੰਦਰ ਖੁਸ਼ੀ ਦਾ ਮਾਹੌਲ ਬਣੇ, ਸਿੱਖ ਨੇ ਸ਼ਬਦ ਕੀਰਤਨ ਕਰਨਾ, ਖੁਸ਼ੀ ਦੇ ਸ਼ਬਦ ਪੜ੍ਹਨੇ ਹਨ। ਮਹਾਰਾਜ ਨੇ ਆਪਣੇ ਸਮੇਂ ਦੇ ਵਿੱਚ ਲਾਲ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ ਹੋਇਆ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸ਼ਬਦ ਪੜ੍ਹਿਆ ਸੀ, ਸਰੰਦੇ ਤੇ ਬਹਿ ਕਰਕੇ ਸਤਿਗੁਰੂ ਸਾਚਾ ਦੀਆ ਭੇਜ ਚਿਰ ਜੀਵਨ ਉਪਜਾ ਸੰਜੋਗ। ਸੋ ਇਸ ਵਿਦਨਾ ਲੇਕਿਨ ਫਿਰ ਵੀ ਇੱਕ ਸਾਡੇ ਸਮਾਜ ਦਾ ਮਾਹੌਲ ਹੈ, ਜਦੋਂ ਕਿਸੇ ਦੇ ਘਰ ਅੰਦਰ ਕੋਈ ਖੁਸ਼ੀ ਹੁੰਦੀ ਹੈ ਤੇ ਕੁਝ ਨਾ ਕੁਝ ਮਨੁੱਖ ਐਸੇ ਪਹੁੰਚਦੇ ਹਨ ਵਧਾਈ ਦੇ ਕੇ ਉਹ ਤੋਂ ਕੁਝ ਨਾ ਕੁਝ ਦਾਨ ਲੈਣ ਦੇ ਲਈ। ਸੋ ਸਤਿਗੁਰਾਂ ਦੇ ਘਰ ਅੰਦਰ ਤੇ ਬੇਅੰਤ ਵੱਡੀ ਬਖਸ਼ਿਸ਼ ਹੈ, ਵੱਡੇ ਖੁੱਲੇ ਦਰ ਨੇ ਮਹਾਰਾਜ ਜੀ ਕੇ। ਸੋ ਬਹੁਤ ਸਾਰੇ ਐਸੇ ਹਨ ਜਿਹੜੇ ਨੱਚਣ ਗਾਉਣ ਵਾਲੇ, ਸਾਜ਼ਾਂ ਦੇ ਉੱਪਰ ਨੱਚਣ ਵਾਲੇ, ਢੋਲਕੀਆਂ ਲੈ ਕਰਕੇ ਵਿੱਚ ਕੁਝ ਸ਼ਬਦ ਵੀ ਪੜ੍ਹਦੇ ਹਨ। ਲੇਕਿਨ ਜਿਹੜੀ ਗੱਲ ਭਾਈ ਸਾਹਿਬ ਜੀ ਨੇ ਕੀਤੀ ਨਾ, ਗਾਏ ਬਿਲਾਵਲ ਲੇਤ ਭਵਾਲੀ, ਬਿਲਾਵਲ ਗਾ ਕੇ ਖੁਸ਼ੀ ਦੇ ਵਿੱਚ ਜਿਵੇਂ ਝੂਮਦੇ ਹਨ, ਝੂਮ ਕਰਕੇ ਖੁਸ਼ ਹੋ ਆਪਣੀ ਖੁਸ਼ੀ ਨੂੰ ਪ੍ਰਗਟ ਕਰ ਰਹੇ ਹਨ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਘਰ ਅੰਦਰ ਇੱਕ ਲਾਲ ਦੀ ਪੈਦਾਇਸ਼ ਹੋਈ ਹੈ। ਸਭ ਬਾਜੇ ਅਰ ਹੱਥਨ ਤਾਲ, ਹੱਥਾਂ ਦੇ ਨਾਲ ਜਿਵੇਂ ਤਾਲੀਆਂ ਲਾ ਕਰਕੇ ਨੱਚਣਾ ਜਾਂ ਇਦਾਂ ਖੁਸ਼ੀ ਦੇ ਵਿੱਚ ਆਪਣੀ ਉਸ ਖੁਸ਼ੀ ਨੂੰ ਪ੍ਰਗਟ ਕਰਨਾ ਹੈ ਜੀ। ਗਨ ਪਾਇਨ ਕੇ ਘੁੰਗਰੂ ਨਾਲ, ਪੈਰਾਂ ਦੇ ਵਿੱਚ ਜਿਨ੍ਹਾਂ ਨੇ ਪੈਰਾਂ ਦੇ ਵਿੱਚ ਘੁੰਗਰੂ ਆਦਿਕ ਬੰਨੇ ਹੋਏ ਹਨ। ਅੰਗ ਚਲਾਵੇ ਤਾਲ ਮਿਲਾਏ, ਤੇ ਤਾਲ ਦੇ ਨਾਲ ਆਪਣੇ ਅੰਗ ਨੂੰ ਚਲਾਉਣਾ, ਜਿਵੇਂ ਜਿਸ ਢੰਗ ਦੇ ਨਾਲ ਤਾਲ ਆ ਰਿਹਾ ਉਹਦੇ ਨਾਲ ਅੰਗ ਚਲਾ ਕੇ ਨੱਚਣਾ, ਇਦਾਂ ਖੁਸ਼ੀ ਪ੍ਰਗਟ ਕਰ ਰਹੇ ਸਨ। ਗਾਵੇ ਨਾਚੈ ਰਾਚੈ ਚਾਏ, ਬਹੁਤ ਖੁਸ਼ੀ ਨਾਲ ਬੜੇ ਚਾਉ ਦੇ ਨਾਲ ਉਹ ਸਭ ਨੱਚ ਰਹੇ ਹਨ। ਗੰਧਰਵ ਗਾਵੇ ਮਾਨੁਖ ਦੰਬਾ, ਭਾਈ ਸਾਹਿਬ ਜੀਆਂ ਨੇ ਨਾ ਇੱਥੇ ਸਾਰਾ ਵਿਸਤਾਰ ਸਹਿਤ ਜ਼ਿਕਰ ਕੀਤਾ ਹੈ ਕਿ ਗੰਧਰਵ ਵਿਸ਼ੇਸ਼ ਤਰ੍ਹਾਂ ਦੇ ਮਨੁੱਖ, ਵਿਸ਼ੇਸ਼ ਜਾਤੀਆਂ ਵਾਲੇ, ਨੱਚਣ ਵਾਲੇ, ਗਾਉਣ ਵਾਲੇ, ਇੱਦਾਂ ਉਹ ਸਭ ਸਾਜ਼ਾਂ ਦੇ ਉੱਪਰ ਜਾਂ ਉੱਦਾਂ ਤਾਲੀਆਂ ਮਾਰ ਕੇ ਜਿਤਨੇ ਵੀ ਹਨ ਉਹ ਸਭ ਇਕੱਤਰ ਹੋ ਕਰਕੇ ਉਸ ਵਕਤ ਮਹਾਰਾਜ ਜੀ ਕੇ ਘਰ ਅੰਦਰ ਪਹੁੰਚ ਕਰਕੇ ਇਹ ਜਿਹੜੀ ਖੁਸ਼ੀ ਹੈ ਇਸ ਨੂੰ ਪ੍ਰਗਟ ਕਰਨ ਲੱਗੇ ਹਨ। ਇਹ ਗਨ ਬਸੈ ਕੌਣ ਸੇ ਦੇਸ, ਇਹ ਗਨ ਭਾਵੇਂ ਸਾਰੇ ਦੇ ਸਾਰੇ ਕਿੱਥੇ ਵਸਦੇ ਹਨ, ਕਿੱਥੋਂ ਆਏ ਹਨ, ਕੀ ਕਰ ਰਹੇ ਹਨ। ਭਾਈ ਸਾਹਿਬ ਜੀ ਕਹਿਣ ਲੱਗੇ ਹੁਣ ਇਹਦਾ ਅਸੀਂ ਪੂਰਾ ਵਿਸਤਾਰ ਨਹੀਂ ਦੇ ਸਕਦੇ, ਲੇਕਿਨ ਹਾਂ ਜੋ ਆਨੰਦ ਮਹਾਰਾਜ ਜੀ ਕੇ ਘਰ ਅੰਦਰ ਇਸ ਵਕਤ ਬਣਿਆ ਹੈ, ਅੰਮ੍ਰਿਤ ਵੇਲੇ ਲਾਲ ਗੋਬਿੰਦ ਰਾਏ ਦੀ ਪੈਦਾਇਸ਼ ਹੋਈ ਹੈ, ਪ੍ਰਗਟ ਹੋਏ ਹਨ ਮਾਤ ਗੁਜਰ ਕੌਰ ਜੀ ਦੀ ਕੁੱਖੋਂ, ਤੇ ਇਧਰ ਘਰ ਦੇ ਅੰਦਰ ਅਤਿਅੰਤ ਕੁਲਾਹਲ ਹੈ, ਖੁਸ਼ੀ ਹੈ। ਸੋ ਇਹ ਸਭ ਕਿੱਥੋਂ ਆਏ ਹਨ? ਭਾਈ ਸਾਹਿਬ ਜੀ ਕਹਿਣ ਲੱਗੇ ਇਹਦਾ ਹਵਾਲਾ ਨਹੀਂ ਦਿੰਦੇ, ਲੇਕਿਨ ਹਾਜ਼ਰ ਜ਼ਰੂਰ ਹੋਏ ਹਨ। ਨਏ ਰੂਪ ਹੈ ਨਏ ਸੋ ਬੇਸ, ਨਵੇਂ ਨਵੇਂ ਰੂਪ, ਨਵੇਂ ਨਵੇਂ ਵੇਸ ਆਦਿਕ ਇਦਾਂ ਤਿਆਰ ਕੀਤੇ ਹਨ। ਸੁਣ ਕੇ ਰਾਗ ਸ਼ਕਤ ਨ ਰਹੀ, ਸੁਣ ਕੇ ਰਾਗ ਭਾਵ ਇਤਨੀ ਦੇਰ ਤੱਕ ਉਹਨਾਂ ਨੇ ਆਪਣਾ ਇਹ ਜਿਹੜਾ ਨੱਚ ਗਾਣਾ ਹੈ ਇਹ ਨਿਰੰਤਰ ਕੀਤਾ ਹੈ ਵੀ ਸੁਣ ਕਰਕੇ ਸਭ ਥੱਕ ਗਏ ਹਨ। ਪੂਜਨ ਹਿਤ ਕਿਨਹੂ ਨ ਕਿਮ ਕਹੀ, ਲੇਕਿਨ ਇਹ ਨਹੀਂ ਕਿਸੇ ਨੇ ਪੁੱਛਿਆ ਵੀ ਤੁਸੀਂ ਕਿਸ ਦੇਸ਼ ਤੋਂ ਆਏ ਹੋ, ਕੌਣ ਹੋ, ਕਿਵੇਂ ਹੋ। ਇਹਦਾ ਭਾਵ ਅਰਥ ਜਿਵੇਂ ਭਾਈ ਸਾਹਿਬ ਜੀ ਨੇ ਇੱਥੇ ਲਿਖਿਆ ਹੈ ਨਾ, ਇਉਂ ਉਹ ਇਦਾਂ ਸਾਨੂੰ ਦੱਸ ਰਹੇ ਹਨ ਕਿ ਜਿਵੇਂ ਕੇਵਲ ਧਰਤੀ ਹੀ ਨਹੀਂ, ਇਹਨੂੰ ਇਉਂ ਸਮਝ ਲਈਏ ਵੀ ਜਿਵੇਂ ਖੁਸ਼ੀ ਹੋਈ ਹੈ, ਘਰ ਅੰਦਰ ਲਾਲ ਦੀ ਆਮਦ ਹੋਈ ਹੈ, ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਘਰ ਸਾਹਿਬਜ਼ਾਦੇ ਨੇ ਜਨਮ ਲਿਆ ਹੈ, ਤੇ ਇਹ ਇਕੱਲੀ ਖੁਸ਼ੀ ਕੇਵਲ ਸੰਸਾਰਿਕ ਮਨੁੱਖਾਂ ਨੂੰ ਜਾਂ ਸੰਸਾਰ ਦੇ ਅੰਦਰ ਹੀ ਨਹੀਂ, ਜਿਵੇਂ ਦੇਵ ਲੋਕ ਦੇ ਅੰਦਰੋਂ ਵੀ ਬਹੁਤ ਦੇਵਤੇ ਆਦਿਕ ਜਿਹੜੇ ਹਨ ਵੱਖ-ਵੱਖ ਰੂਪ ਵਟਾ ਕਰਕੇ, ਵੱਖ-ਵੱਖ ਸਾਜ਼ ਸਰੰਦੇ ਲੈ ਕਰਕੇ ਮਾਨੋ ਇਸ ਥਾਂ ਤੇ ਹਾਜ਼ਰ ਹੋ ਗਏ, ਤੇ ਵੱਖ-ਵੱਖ ਉਹਨਾਂ ਦੇ ਜਾਤੀ ਵਰਨ ਭੇਸ ਵੱਖ-ਵੱਖ ਤਰੀਕੇ ਹਨ, ਲੇਕਿਨ ਉਸ ਖੁਸ਼ੀ ਨੂੰ ਪ੍ਰਗਟ ਕਰਨ ਦੇ ਲਈ ਨਿਰੰਤਰ ਉਹਨਾਂ ਨੇ ਇਹ ਜਿਹੜਾ ਆਪਣਾ ਨਾਚ ਗਾਣਾ ਹੈ ਬਹੁਤ ਲੰਬਾ ਸਮਾਂ ਇਦਾਂ ਕੀਤਾ ਹੈ। ਮਕਸਦ ਇਹ ਹੀ ਹੈ ਕਿ ਜੋ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਗ੍ਰਹਿ ਵਿਖੇ ਲਾਲ ਪ੍ਰਗਟ ਹੋਏ ਹਨ, ਬਖਸ਼ਿਸ਼ ਦੇ ਮਾਲਕ ਹਨ। ਚਾਰ ਕਟੀਲੋ ਕੋਤਕ ਕਰਕੇ, ਚਾਰ ਘੜੀਆਂ ਲਗਾਤਾਰ
ਜਿਹੜਾ ਇਹ ਨਿਰੰਤਰ ਵਧਾਈ ਦਾ ਜਿਹੜਾ ਕਾਰਜ ਹੈ ਉਹ ਚੱਲਦਾ ਰਿਹਾ ਹੈ। ਪੁਨੈ ਪੋਰ ਪਰ ਮਸਤਕ ਤਰਕੈ, ਫਿਰ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਪਰ ਆਪਣੇ ਮਸਤਕ ਰੱਖ ਕਰਕੇ, ਜਿਵੇਂ ਮਹਾਰਾਜ ਜੀ ਕੇ ਅੰਦਰ ਮਹਾਰਾਜ ਜੀ ਕੇ ਦਰਬਾਰ ਅੰਦਰ ਆਪਾਂ ਆਉਂਦੇ ਆ ਨਾ, ਤੇ ਸਭ ਤੋਂ ਪਹਿਲਾਂ ਅੱਗੇ ਦਰਬਾਰ ਤੇ ਸੀਸ ਨਵਾਉਂਦੇ ਆ, ਮੁੱਖ ਦਵਾਰ ਦੇ ਉੱਪਰ ਮੱਥਾ ਟੇਕਦੇ ਆ। ਇੱਦਾਂ ਫਿਰ ਮਹਾਰਾਜ ਜੀ ਕੇ ਮੁੱਖ ਦਵਾਰ ਦੇ ਉੱਪਰ ਜਿੱਥੇ ਸਾਹਿਬਜ਼ਾਦੇ ਦਾ ਅਵਤਰਨ ਹੋਇਆ ਹੈ, ਜਿਸ ਕਮਰੇ ਦੇ ਅੰਦਰ ਲਾਲ ਗੁਰੂ ਗੋਬਿੰਦ ਰਾਏ ਸਾਹਿਬ ਜੀ ਪ੍ਰਗਟ ਹੋਏ ਹਨ, ਉਸ ਦਰਵਾਜ਼ੇ ਦੇ ਮੁੱਖ ਦਵਾਰ ਦੇ ਉੱਪਰ ਮਸਤਕ ਧਰ ਕੇ ਮੱਥਾ ਟੇਕਿਆ ਹੈ। ਬੰਧਨ ਕਰ ਗਮਨੇ ਨਿਜ ਥਾਏ, ਨਮਸਕਾਰ ਕੀਤੀ ਹੈ ਤੇ ਫਿਰ 4 ਘੜੀਆਂ ਤੋਂ ਬਾਅਦ ਸਭ ਵਾਪਸ ਮੁੜ ਚੱਲੇ ਹਨ। ਨੈ ਕਿਸਹੂ ਤੇ ਜਾਣੇ ਜਾਏ, ਪਰੰਤੂ ਭਾਈ ਸਾਹਿਬ ਜੀ ਕਹਿੰਦੇ ਹਨ ਵੀ ਇਹਨਾਂ ਸਾਰਿਆਂ ਦੀ ਕੋਈ ਨਿੱਜੀ ਪਹਿਚਾਨ ਨਹੀਂ ਹੈ ਕਿਸੇ ਪਾਸ ਵੀ। ਕੌਣ ਕਿੱਥੋਂ ਆਇਆ, ਕਿਵੇਂ ਆਇਆ, ਜਾਂ ਇਹਨਾਂ ਨੂੰ ਸੁਨੇਹਾ ਕਿਸ ਨੇ ਦਿੱਤਾ ਹੈ, ਬਹੁਤ ਜਲਦੀ ਇੱਥੇ ਕਿਵੇਂ ਹਾਜ਼ਰ ਹੋਏ ਹਨ, ਇਹ ਸਾਰੀ ਜਿਹੜੀ ਨਿੱਜੀ ਪਹਿਚਾਨ ਹੈ ਉਹ ਸਾਡੇ ਪਾਸ ਨਹੀਂ ਹੈ। ਪਰੰਤੂ ਹਾਂ, ਕੋਈ ਦੈਵੀ ਕਲਾ ਵਰਤੀ ਹੈ। ਜਿਵੇਂ ਹੀ ਅੰਮ੍ਰਿਤ ਵੇਲੇ ਲਾਲ ਗੋਬਿੰਦ ਰਾਏ ਜੀ ਪ੍ਰਗਟ ਹੋਏ ਹਨ ਤੇ ਦਿਨ ਦੇ ਚੜ੍ਹਦਿਆਂ ਹੀ, ਪ੍ਰਭਾਤ ਹੁੰਦਿਆਂ ਹੀ ਇਹ ਸਾਰੇ ਕਿਸੇ ਨਾ ਕਿਸੇ ਰੂਪ ਵਿੱਚ ਸੁਨੇਹਾ ਮਿਲਦਿਆਂ ਇਸ ਸਥਾਨ ਤੇ ਹਾਜ਼ਰ ਹੋ ਗਏ ਹਨ। ਆ ਕੇ ਮਾਤਾ ਨਾਨਕੀ ਜੀ ਨੂੰ, ਮਾਤਾ ਗੁਜਰ ਕੌਰ ਜੀਆਂ ਨੂੰ, ਸਤਿਗੁਰੂ ਜੀਆਂ ਨੂੰ ਧਿਆਨ ਧਰ ਕੇ ਵਧਾਈਆਂ ਦੇ ਕੇ ਤੇ ਵਾਪਸ ਮੁੜ ਚੱਲੇ ਹਨ। ਰੰਗ ਰੰਗ ਕੇ ਫੂਲ ਵਿਸਾਲਾ, ਬੇਅੰਤ ਰੰਗਾਂ ਦੀਆਂ ਫੁੱਲਾਂ ਦੀਆਂ ਜਿਹੜੀਆਂ ਮਾਲਾ ਹਨ, ਗੂੰਦ ਗੂੰਦ ਕਰ ਦੀਰਘ ਮਾਲਾ, ਵੱਡੀਆਂ ਵੱਡੀਆਂ, ਦੀਰਘ ਤੋਂ ਭਾਵ ਬਹੁਤ ਵੱਡੀਆਂ ਵੱਡੀਆਂ ਫੁੱਲਾਂ ਦੀਆਂ ਮਾਲਾਵਾਂ ਜਿਹੜੀਆਂ ਹਨ ਉਹ ਲੈ ਕਰਕੇ ਪਹੁੰਚੇ ਹਨ। ਸੁਨ ਸੁਨ ਆਵੇ ਮਾਲਾਕਾਰ, ਜਿਵੇਂ ਮਾਲਾਕਾਰ ਜਿਹੜੇ ਮਾਲੀ ਆਦਿਕ ਹਨ, ਜਿਹੜੇ ਫੁੱਲਾਂ ਨੂੰ ਪਾਲਦੇ ਹਨ, ਜਿਨ੍ਹਾਂ ਦੇ ਪਾਸ ਫੁੱਲਾਂ ਦੀ ਖੇਤੀ ਹੁੰਦੀ ਹੈ, ਉਹ ਏਦਾਂ ਵੱਡੀਆਂ ਵੱਡੀਆਂ ਮਾਲਾ ਫੁੱਲਾਂ ਦੀਆਂ ਗੁੰਦ ਕਰਕੇ ਲੈ ਕਰਕੇ ਪਹੁੰਚੇ ਹਨ। ਬੰਦੈ ਸਤਿਗੁਰ ਕੇ ਦਰਬਾਰ, ਆ ਕਰਕੇ ਮਹਾਰਾਜ ਜੀ ਕੇ ਦਰਬਾਰ ਵਿੱਚ ਹਾਜ਼ਰ ਹੋ ਕਰਕੇ ਤੇ ਇਹ ਮਾਲਾ ਭੇਟ ਕਰ ਰਹੇ ਹਨ। ਤਨ ਇਨਾਮ ਕੋ ਲੈ ਜਾਹੇ, ਤੇ ਜੋ ਵੀ ਕੋਈ ਮਹਾਰਾਜ ਜੀ ਕੇ ਘਰ ਇਸ ਵਕਤ ਪਹੁੰਚਿਆ, ਕਿਉਂਕਿ ਇਹ ਸਮਾਂ ਹੀ ਐਸੇ ਆਨੰਦ ਦਾ ਗੁਰਮੁਖੋ, ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ, ਧਨ ਇਨਾਮ ਕੋ ਲੈ ਜਾਏ। ਜੋ ਵੀ ਕੋਈ ਇੱਥੇ ਵਧਾਈ ਦੇਣ ਲਈ ਪਹੁੰਚਿਆ ਨਾ, ਮਾਤਾ ਜੀਆਂ ਨੇ ਸਾਰਿਆਂ ਨੂੰ ਆਪਣੇ ਪਾਸ ਤੋਂ ਧਨ ਦੀ ਦਾਤ ਬਖਸ਼ੀ ਹੈ। ਤੇ ਇਹ ਕੇਵਲ ਇਸ ਸਮੇਂ ਦੀ ਗੱਲ ਨਹੀਂ, ਅਸੀਂ ਤੇ ਇਤਿਹਾਸ ਵਿੱਚ ਝਾਤ ਮਾਰਦੇ ਹਾਂ। ਜਦੋਂ ਵੀ ਗੁਰੂ ਘਰ ਦੇ ਅੰਦਰ ਕਿਸੇ ਅਗੰਮੀ ਪੁਰਖ ਦੀ, ਕਿਸੇ ਲਾਲ ਦੀ ਪੈਦਾਇਸ਼ ਹੋਈ, ਸਤਿਕਾਰਯੋਗ ਮਾਤਾ ਜੀ, ਭਾਵੇਂ ਉਹ ਮਾਤਾ ਗੰਗਾ ਜੀ ਸਨ ਜਾਂ ਮਾਤਾ ਇੱਥੇ ਮਾਤਾ ਨਾਨਕੀ ਜੀ, ਸਮੇਂ ਸਮੇਂ ਹਰ ਸਮੇਂ ਦੇ ਵਿੱਚ ਹੀ ਮਾਤਾਵਾਂ ਨੇ ਵਧਾਈ ਦੇਣ ਵਾਲਿਆਂ ਨੂੰ ਆਪਣੇ ਪਾਸ ਤੋਂ ਧਨ ਤੇ ਵਸਤਰ ਭੇਟ ਕੀਤੇ ਹਨ, ਬਹੁਤ ਦਾਨ ਦਿੱਤਾ ਹੈ। ਇੱਥੇ ਵੀ ਜ਼ਿਕਰ ਕੀਤਾ ਭਾਈ ਸਾਹਿਬ ਜੀ ਨੇ, ਕੋਈ ਮਾਲਾ ਲੈ ਕੇ ਆਇਆ, ਕੋਈ ਉੱਦਾਂ ਵਧਾਈ ਦੇਣ ਆਇਆ, ਕੋਈ ਕੀਮਤੀ ਭੇਟਾ ਲੈ ਕੇ ਆਇਆ। ਜੋ ਵੀ ਕੋਈ ਮਹਾਰਾਜ ਕੇ ਘਰ ਵਿੱਚ ਆਇਆ, ਮਾਤਾ ਨਾਨਕੀ ਜੀਆਂ ਨੇ ਆਪਣੇ ਪੋਤਰੇ ਦੇ ਪੈਦਾਇਸ਼ ਭਾਵ ਪ੍ਰਕਾਸ਼ ਹੋਣ ਦੀ ਖੁਸ਼ੀ ਦੇ ਵਿੱਚ ਆਪਣੇ ਪਾਸ ਤੋਂ ਬੇਅੰਤ ਧਨ ਜਿਹੜਾ ਹੈ ਉਹ ਸਾਰਿਆਂ ਨੂੰ ਵੰਡਿਆ ਹੈ, ਬਹੁਤ ਧਨ ਦਿੱਤਾ। ਸਾਰੇ ਜੋ ਵੀ ਕੋਈ ਜਿੰਨਾ ਲੈ ਕੇ ਆਇਆ, ਅੱਜ ਖਾਲੀ ਕੋਈ ਨਹੀਂ ਜਾ ਰਿਹਾ, ਕੁਝ ਨਾ ਕੁਝ ਮਾਤਾ ਜੀ ਉਸ ਨੂੰ ਦੇ ਕੇ ਵਾਪਸ ਤੋਰਦੇ ਹਨ। ਫੂਲਨ ਮਾਲਾ ਦਰ ਲਰਕਾਹੇ, ਤੇ ਜਿਤਨੇ ਵੀ ਫਿਰ ਖੁਸ਼ੀ ਵਿੱਚ ਸੰਗਤ ਆਦਿਕ ਜਾਂ ਜੋ ਵੀ ਕੋਈ ਆਉਂਦਾ ਹੈ, ਮਾਲਾ ਲੈ ਕਰਕੇ ਮਹਾਰਾਜ ਜੀ ਕੇ ਘਰ ਦੇ ਅੰਦਰ, ਜਿਸ ਸਥਾਨ ਤੇ ਮਹਾਰਾਜ ਜੀ ਦਾ ਪਰਿਵਾਰ ਠਹਿਰਿਆ ਹੋਇਆ ਹੈ, ਉਹ ਵਿਸ਼ੇਸ਼ ਘਰ ਗੁਰੂ ਦਾ ਹੀ ਘਰ ਹੈ ਗੁਰਮੁਖੋ। ਉਸ ਘਰ ਦੇ ਚੁਗਿਰਦੇ ਹੀ ਮਾਨੋ ਸੰਗਤਾਂ ਨੇ ਫੁੱਲਾਂ ਦੀਆਂ ਮਾਲਾ ਲਾ ਦਿੱਤੀਆਂ, ਅਤੀ ਸੁੰਦਰ ਸ਼ੋਭਾ ਬਣਾ ਦਿੱਤੀ ਹੈ। ਅਤਿ ਉਤਸਵ ਸੰਗਤ ਮੈਂ ਹੋਵਾ, ਇਸ ਵਿਦ ਭਾਈ ਸੰਤੋਖ ਸਿੰਘ ਸਾਹਿਬ ਜ਼ਿਕਰ ਕਰਦੇ ਹਨ ਕਿ ਲਾਲ ਗੋਬਿੰਦ ਰਾਏ ਜੀਆਂ ਦਾ ਪ੍ਰਕਾਸ਼ ਹੋਇਆ, ਮਾਤਾ ਗੁਜਰ ਕੌਰ ਜੀ ਦੀ ਕੁੱਖ ਤੋਂ ਪ੍ਰਗਟ ਹੋਏ ਨੇ, ਤੇ ਘਰ ਦੇ ਅੰਦਰ ਅੱਜ ਇਤਨਾ ਵੱਡਾ ਉਤਸਵ ਭਾਵ ਸਮਾਗਮ ਬਣ ਗਿਆ, ਖੁਸ਼ੀ ਹੋ ਗਈ ਹੈ ਕਿ ਬੇਅੰਤ ਸੰਗਤਾਂ ਦਾ ਇਕੱਠ ਜਿਹੜਾ ਹੈ ਚੰਦ ਮਿੰਟਾਂ ਦੇ ਅੰਦਰ ਇਕੱਤਰ ਹੋ ਗਿਆ। ਅਤ ਉਤਸਵ ਬਹੁਤ ਭਾਰੀ ਇਕੱਠ ਮਹਾਰਾਜ ਜੀ ਕੇ ਗ੍ਰਹਿ ਵਿਖੇ ਹੋਇਆ ਹੈ ਜੀ। ਸਭਨ ਆਏ ਗੁਰੂ ਕਰ ਕੋ ਜੋਵਾ, ਤੇ ਦੂਰ ਨੇੜੇ ਤੋਂ ਫਿਰ ਜਿਤਨੇ ਵੀ ਆਏ ਹਨ, ਸਭ ਨੇ ਆ ਕਰਕੇ ਮਹਾਰਾਜ ਜੀ ਕੇ ਦੀਦਾਰ ਪਾਏ ਹਨ, ਗੁਰੂ ਘਰ ਦੇ ਦਰਸ਼ਨ ਕੀਤੇ ਨੇ। ਹਾਲਾਂਕਿ ਅਜੇ ਨਾ ਲਾਲ ਗੋਬਿੰਦ ਰਾਏ ਜੀ ਦੀ ਆਰਬਲਾ ਇਉਂ ਕਹਿ ਲਈਏ ਵੀ ਅਜੇ ਕੁਝ ਘੜੀਆਂ ਦੀ ਹੈ, ਇਸ ਲਈ ਉਹਨਾਂ ਦਾ ਜਿਹੜਾ ਦਰਸ਼ਨ ਹੈ ਉਹ ਤੇ ਸੰਭਵ ਨਹੀਂ ਹੈ, ਲੇਕਿਨ ਸ਼ਰਧਾ ਭਾਵਨਾ ਦੇ ਵਿੱਚ ਸੰਗਤ ਨੇ ਆ ਕਰਕੇ ਮਹਾਰਾਜ ਜੀ ਦਾ ਘਰ ਦੇ, ਮਹਾਰਾਜ ਜੀ ਕੇ ਪਰਿਵਾਰ ਦੇ ਸਭ ਦੇ ਦਰਸ਼ਨ ਕੀਤੇ ਹਨ। ਦੋਹਰਾ
ਹੋਏ ਕਿਰਪਾਲ ਦਾਨੀ ਮਹਾ ਜੋਦਾ ਧੀਰ ਵਿਸਾਲ ਵਿਦਿਆ ਮੈਂ ਪੰਡਤ ਚਤੁਰ ਮਹਾ ਬਹਾਰੀ ਪਸਾਲ। ਹੁਣ ਇਸ ਤੋਂ ਅੱਗੇ ਨਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੇ ਜੀਵਨ ਦੀ ਜਿਹੜੀ ਉਸਤਤ ਹੈ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਨਾ ਥੋੜਾ ਜਿਹਾ ਵਿੱਚ ਜਿਹੜੇ ਲਾਲ ਪ੍ਰਗਟ ਹੋਏ ਨੇ ਗੁਰੂ ਗੋਬਿੰਦ ਰਾਏ ਜੀ, ਉਹਨਾਂ ਦੇ ਜੀਵਨ ਦੀ ਇੱਕ ਵਡਿਆਈ ਕਰਦਿਆਂ ਹੋਇਆਂ ਕੁਝ ਗੁਣਾਂ ਦਾ ਵਰਣਨ ਕੀਤਾ ਹੈ। ਕਿਉਂਕਿ ਜਿਹੜੀ ਮੂਰਤ ਪ੍ਰਗਟ ਹੋਈ ਹੈ ਉਹ ਕੋਈ ਆਮ ਸੰਸਾਰਿਕ ਬੱਚਾ ਨਹੀਂ ਹੈ, ਸੰਸਾਰਿਕ ਮਨੁੱਖ ਨਹੀਂ ਹੈ। ਕਿਉਂਕਿ ਜੇ ਅਸੀਂ ਸੰਸਾਰਕ ਕਵਾਂਗੇ ਨਾ ਤੇ ਇਹ ਗੱਲ ਟੁਕਣੀ ਨਹੀਂ ਹੈ। ਕਿਉਂਕਿ ਗੁਰੂ ਦੇ ਗ੍ਰਹਿ ਵਿਖੇ ਜਿਸ ਯੋਧੇ ਨੇ ਪ੍ਰਗਟ ਹੋਣਾ ਹੈ ਉਹਨੂੰ ਤਾਂ ਕਈ ਸਾਲ ਪਹਿਲਾਂ ਹੀ ਇਹ ਵਰ ਮਿਲ ਚੁੱਕਾ ਹੈ ਵੀ ਉਹ ਕੋਈ ਪ੍ਰਤਾਪੀ ਪੁਰਖ ਹੋਵੇਗਾ, ਉਹ ਕੋਈ ਵੱਡੇ ਪੁਰਖ ਹੋਣਗੇ। ਸੋ ਇਸ ਵਿਧ ਹੁਣ ਉਸਤਤ ਭਾਈ ਸਾਹਿਬ ਜੀਆਂ ਨੇ ਕੀਤੀ ਹੈ। ਕਹਿਣਗੇ ਹੋਏ ਕਿਰਪਾਲ ਦਾਨੀ ਮਹਾ, ਭਾਵ ਇਹ ਜਿਹੜੇ ਹੁਣ ਜਿਸ ਬੱਚੇ ਦਾ ਜਨਮ ਹੋਇਆ ਹੈ, ਜਿਹੜੇ ਪੁਰਖ ਪ੍ਰਗਟ ਹੋਏ ਹਨ ਲਾਲ ਗੋਬਿੰਦ ਰਾਏ ਜੀ, ਇਹ ਆਉਣ ਵਾਲੇ ਸਮੇਂ ਦੇ ਵਿੱਚ ਕੌਣ ਬਣਨਗੇ, ਕੈਸੀ ਸ਼ਖਸੀਅਤ ਹੋਵੇਗੀ, ਕਿਹੜੇ ਕਿਹੜੇ ਗੁਣ ਇਹਨਾਂ ਦੇ ਜੀਵਨ ਵਿੱਚ ਸਾਨੂੰ ਵੇਖਣ ਨੂੰ ਮਿਲਣਗੇ। ਸੋ ਉਹਨਾਂ ਦਾ ਜ਼ਿਕਰ ਕਰਦਿਆਂ ਹੋਇਆ ਕਹਿੰਦੇ ਹਨ ਵੀ ਇੱਕ ਤੇ ਸਭ ਤੋਂ ਪਹਿਲਾਂ, ਕਿਉਂਕਿ ਬਹੁਤ ਸਾਰੇ ਗੁਣਾਂ ਦਾ ਜ਼ਿਕਰ ਹੈ ਇਸ ਦੋਹਰੇ ਦੇ ਅੰਦਰ, ਸੋ ਸਭ ਤੋਂ ਪਹਿਲਾਂ ਤਾਂ ਉਹ ਲਿਖਦੇ ਨੇ ਵੀ ਹੋਏ ਕਿਰਪਾਲ ਦਾਨੀ ਮਹਾ। ਇੱਕ ਤੇ ਇਹ ਬੜੀ ਬਖਸ਼ਿਸ਼ ਵਾਲੇ ਹੋਣਗੇ, ਕਿਰਪਾਲੂ ਦਾਤੇ ਹੋਣਗੇ। ਕਿਰਪਾਲੂ ਦਾ ਭਾਵ ਅਰਥ ਅਸੀਂ ਸਮਝਦੇ ਹਾਂ ਕਿ ਜੋ ਵੀ ਕੋਈ ਇਹਨਾਂ ਦੀ ਸ਼ਰਨ ਆਵੇਗਾ, ਇਹਨਾਂ ਦੇ ਚਰਨਾਂ ਦੀ ਟੇਕ ਲਵੇਗਾ, ਹਜ਼ੂਰੀ ਅੰਦਰ ਆਵੇਗਾ, ਇਹ ਨਿਸ਼ਚੈ ਹੀ ਉਸ ਤੇ ਆਪਣੀ ਕਿਰਪਾ ਕਰਨਗੇ। ਕਿਰਪਾਲੂ ਉਸੇ ਨੂੰ ਕਿਹਾ ਜਾਂਦਾ ਜਿਹੜਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਕਰਦਾ, ਕਿਸੇ ਨਾਲ ਕੋਈ ਈਰਖਾ ਦਵੈਸ਼ ਨਹੀਂ ਹੁੰਦੀ। ਜੋ ਵੀ ਕੋਈ ਜਿਸ ਵੀ ਤਰ੍ਹਾਂ ਦਾ ਮਨੁੱਖ ਚੱਲ ਕੇ ਇੱਕ ਵਾਰ ਸ਼ਰਨ ਆ ਗਿਆ ਤੇ ਕਿਰਪਾਲੂ ਨੇ ਆਪਣੀ ਮਿਹਰ ਕਰਨੀ, ਆਪਣੇ ਸੁਭਾਅ ਅਨੁਸਾਰ ਉਹਦੇ ਤੇ ਕਿਰਪਾ ਕਰ ਦੇਣੀ ਹੈ। ਇੱਕ ਇਸ ਪ੍ਰਥਮ ਗੁਣ ਲਿਖਿਆ ਹੋਏ ਕਿਰਪਾਲ ਦਾਨੀ ਮਹਾ। ਫਿਰ ਦੂਜਾ ਗੁਣ ਦਾਨੀ ਦਾ, ਤੇ ਦਾਨੀ ਦੀ ਜਦੋਂ ਅਸੀਂ ਗੱਲ ਕਰਾਂਗੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਤੋਂ ਵੱਡਾ ਦਾਨੀ ਸਾਨੂੰ ਸੰਸਾਰ ਵਿੱਚ ਕੋਈ ਨਹੀਂ ਮਿਲਣਾ। ਕਿਉਂਕਿ ਆਮ ਤੌਰ ਤੇ ਅਸੀਂ ਸਭ ਜਾਣਦੇ ਹਾਂ ਵੀ ਵੱਡੇ ਵੱਡੇ ਪੀਰ ਪੈਗੰਬਰ ਇਸ ਸੰਸਾਰ ਵਿੱਚ ਆਏ, ਦੇਵੀ ਦੇਵਤੇ ਆਏ, ਦਾਨ ਦੀ ਗੱਲ ਆਈ ਧਨ ਤੱਕ ਸੀਮਤ ਰਹਿ ਗਿਆ, ਰਾਜ ਤੱਕ ਦਾਨ ਕੀਤਾ, ਲੇਕਿਨ ਆਪਣੇ ਬੱਚਿਆਂ ਨੂੰ, ਆਪਣੇ ਪੁੱਤਰਾਂ ਨੂੰ ਦਾਨ ਕੋਈ ਨਹੀਂ ਕਰ ਸਕਿਆ। ਕੇਵਲ ਤੇ ਕੇਵਲ 10ਵੇਂ ਅਵਤਾਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਹੋਏ, ਜਿਨ੍ਹਾਂ ਨੇ ਦਾਨ ਦੀ ਗੱਲ ਆਈ ਤੇ ਆਪਣਾ ਸਰਬੰਸ, ਪਿਤਾ ਦਾਨ ਕੀਤਾ, ਮਾਤਾ ਦਾਨ ਕੀਤੀ, ਆਪਣੇ ਬੱਚੇ ਦਾਨ ਕੀਤੇ, ਸਭ ਕੁਝ ਇਉਂ ਕਹਿ ਲਈਏ ਵੀ ਵੱਡੇ ਦਾਨੀ ਹੋਏ ਨੇ। ਕਿਉਂਕਿ ਅਜੇ ਕੇਵਲ ਗੁਣਾਂ ਦਾ ਵਰਣਨ ਹੈ। ਹੋਏ ਕਿਰਪਾਲ ਦਾਨੀ ਮਹਾ ਜੋਧਾ ਧੀਰ ਵਿਸ਼ਾਲ। ਜੋਧਾ, ਜੋਧੇ ਤੋਂ ਭਾਵ ਸੂਰਮੇ ਹੋਣਗੇ, ਤੇ ਕਿੰਨੇ ਵੱਡੇ ਸੂਰਮੇ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ। ਜੇ ਸੂਰਮਤਾਈ ਦੀ ਅਸੀਂ ਗੱਲ ਕਰੀਏ ਤੇ ਮਹਾਰਾਜ ਨੇ ਕੋਈ 42 ਵਰ੍ਹਿਆਂ ਦੀ ਆਰਬਲਾ ਦੇ ਵਿੱਚ ਆਪਣੇ ਜੀਵਨ ਦੀਆਂ 14 ਉਹ ਮੁਹਿੰਮਾਂ ਫਤਿਹ ਕੀਤੀਆਂ ਨੇ ਜਿਹੜੀਆਂ ਸਮੇਂ ਦੀ ਸਭ ਤੋਂ ਵੱਡੀ ਹਕੂਮਤ ਦੇ ਨਾਲ ਨੇ। ਉਹ ਲੜਾਈਆਂ ਫਤਿਹ ਕੀਤੀਆਂ ਨੇ ਜਿਨ੍ਹਾਂ ਨੂੰ ਲੜਨ ਦੇ ਲਈ ਵੱਡੇ ਵੱਡੇ ਬਲ ਵਾਲੇ ਰਾਜੇ ਵੀ ਸਿਰ ਨਵਾ ਕੇ ਚਲੇ ਜਾਂਦੇ ਸਨ ਵੀ ਸਾਡੇ ਤੋਂ ਇਹ ਮੁਹਿੰਮ ਨਹੀਂ ਲੜੀ ਜਾਣੀ। ਇਸ ਕਰਕੇ ਯੋਧੇ ਨੇ। ਧੀਰ, ਧੀਰ ਦੇ ਭਾਵ ਅਰਥ ਹੁੰਦੇ ਨੇ ਧੀਰਜਤਾ ਵਾਲੇ, ਹਿੰਮਤ ਵਾਲੇ ਪੁਰਖ, ਤਾਕਤ ਵਾਲੇ, ਬਲ ਵਾਲੇ। ਇਹ ਆਮ ਮਨੁੱਖ ਨਹੀਂ ਆਏ ਸੰਸਾਰ ਵਿੱਚ, ਇਹ ਤੇ ਕੋਈ ਕਿਰਪਾਲੂ ਨੇ, ਦਾਨੀ ਨੇ, ਵੱਡੇ ਯੋਧੇ ਹਨ, ਵੱਡੀ ਧੀਰਜ, ਵਿਸ਼ਾਲ ਧੀਰਜ ਵਾਲੇ ਕੋਈ ਪੁਰਖ ਜਿਹੜੇ ਹਨ, ਉਹ ਇਸ ਵਕਤ, ਇਸ ਸਮੇਂ, ਇਸ ਪਾਵਨ ਕੁੱਖ ਤੋਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਗ੍ਰਹਿ ਵਿਖੇ ਪ੍ਰਗਟ ਹੋਏ ਹਨ। ਵਿਦਿਆ ਮੈਂ ਪੰਡਤ ਚਤੁਰ। ਤੇ ਜਦੋਂ ਅਸੀਂ ਵਿਦਿਆ ਦੀ ਗੱਲ ਕਰਦੇ ਹਾਂ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੇ ਜੀਵਨ ਦੀ ਵਿਦਿਆ ਜਿਹੜੀ ਬੜੀ ਪ੍ਰਵੀਨ ਮਹਾਨ ਵਿਦਿਆ ਹੈ। ਕਿਉਂਕਿ ਜਿਸ ਵਕਤ ਕਲਮ ਲੈ ਕਰਕੇ ਮਹਾਰਾਜ ਜੀ ਬੈਠੇ ਹਨ ਤੇ ਇਤਨੀ ਅਗੰਮੀ ਬਾਣੀ, ਇੰਨੇ ਕਾਵ ਸਵਈਏ, ਇਤਨੇ ਛੰਦ, ਏਡੀਆਂ ਵੱਡੀਆਂ ਵੱਡੀਆਂ ਰਚਨਾਵਾਂ ਜਿਨ੍ਹਾਂ ਦੀ ਅੱਜ ਸਾਡੇ ਕੋਲੋਂ ਮੁਕੰਮਲ ਸਟੱਡੀ ਨਹੀਂ ਕੀਤੀ ਜਾਂਦੀ, ਪੜ੍ਹਿਆ ਹੀ ਨਹੀਂ ਜਾਂਦਾ। ਇਸ ਲਈ ਬਹੁਤ ਵੱਡੇ ਤੇ ਵਿਦਿਆ ਦੇ ਵਿੱਚ ਏਡੀ ਕਮਾਲ ਕੀਤੀ ਹੈ ਕਿ ਇਤਨੀ ਬਖਸ਼ਿਸ਼, ਜਿਹੜੀਆਂ ਰਚਨਾਵਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣੇ ਸਮੇਂ ਵਿੱਚ ਰਚੀਆਂ ਹਨ, ਬੜੇ ਬੜੇ ਵਿਦਵਾਨ ਥੱਕ ਗਏ, ਉਹਨਾਂ ਦੇ ਬਰਾਬਰ ਦੀ ਕਵਿਤਾ ਕੋਈ ਅੱਜ ਤੱਕ ਉਚਾਰਨ ਨਹੀਂ ਕਰ ਸਕਿਆ, ਉਹਨਾਂ ਦੇ ਬਰਾਬਰ ਦੀ ਲੇਖ ਅੱਜ ਤੱਕ ਕੋਈ ਲਿਖ ਨਹੀਂ ਸਕਿਆ। ਮੈਂ ਕਹਿੰਦਾ ਦੂਰ ਆਪਾਂ ਨਹੀਂ ਜਾਂਦੇ, ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੀ ਰਚਨਾ ਜਾਪ ਸਾਹਿਬ ਪੜ੍ਹ ਕੇ ਵੇਖ ਲਈਏ, ਇੱਥੋਂ ਹੀ ਪਤਾ ਲੱਗ ਜਾਵੇਗਾ ਵੀ ਵਿਦਿਆ ਦੇ ਕਿੱਡੇ ਕੁ ਦਾਤੇ। ਸੋ ਵਿਦਿਆ ਮੈਂ ਪੰਡਤ ਮਹਾ ਬਾਹੂ ਰਿਪੂ ਸਾਲ।
ਭਾਵ ਇਤਨੀ ਅਗੰਮੀ ਤਾਕਤ ਰੱਖਣ ਵਾਲੇ ਵੱਡੇ ਪੁਰਖ ਇਸ ਸੰਸਾਰ ਦੇ ਅੰਦਰ ਪਹੁੰਚੇ ਹਨ। ਮਹਾ ਜਿਤੰਦੇ ਮਹਾ ਬੁੱਧ ਹਿਰਦੈ ਗੰਭੀਰ ਬਿਲੰਦ ਸਭ ਜਗ ਨਰ ਸਿਰ ਮੋਰ ਹੈ ਸੋੜ ਬੰਸ ਕੋ ਚੰਦ। ਤੇ ਅੱਗੇ ਭਾਈ ਸੰਤੋਖ ਸਿੰਘ ਸਾਹਿਬ ਜੀ ਉਸਤਤ ਕਰਦੇ ਹਨ, ਕਹਿਣ ਲੱਗੇ ਮਹਾ ਜਿਤੰਦਰੈ ਮਹਾ ਬੁੱਧ। ਮਹਾ ਜਿਤੰਦਰੈ, ਜਿਤੰਦਰੈ ਦਾ ਮਤਲਬ ਹੁੰਦਾ ਇੰਦਰੀ ਜਿੱਤ ਹੋਣਾ। ਇੰਦਰੀ ਜਿੱਤ ਕਿਹਨੂੰ ਕਹਿੰਦੇ ਨੇ? ਜਿਸ ਮਨੁੱਖ ਦਾ ਆਪਣੀਆਂ ਇੰਦਰੀਆਂ ਦੇ ਉੱਪਰ ਪੂਰਨ ਤੌਰ ਤੇ ਇਉਂ ਕਹਿ ਲਈਏ ਵੀ ਕਬਜ਼ਾ ਕੀਤਾ ਹੋਵੇ, ਭਾਵ ਆਪਣੇ ਵੱਸ ਵਿੱਚ ਕੀਤਾ ਹੋਵੇ। ਜਿਸ ਮਨੁੱਖ ਨੇ ਆਪਣੀਆਂ ਇੰਦਰੀਆਂ ਨੂੰ ਆਪਣੇ ਅਧੀਨ ਕੀਤਾ ਹੋਵੇ। ਹੁਣ ਅਧੀਨ ਕਿਵੇਂ ਹੁੰਦੇ ਨੇ? ਉਦਾਹਰਨ ਦੇ ਤੌਰ ਤੇ ਜਿਵੇਂ ਸਾਡੇ ਨੇਤਰ ਨੇ ਨਾ, ਤੇ ਇਹਨਾਂ ਵਿੱਚ ਵਿਕਾਰ ਨੇ ਕਈ ਵਾਰ ਸਾਡੇ ਚ ਨਾ ਚਾਹੁੰਦਿਆਂ ਹੋਇਆਂ ਵੀ ਦ੍ਰਿਸ਼ ਉਹ ਵਿਖਾ ਦਿੰਦੇ ਨੇ, ਧਿਆਨ ਉਸ ਪਾਸੇ ਲੈ ਜਾਂਦੇ ਨੇ। ਇੱਦਾਂ ਸਰਵਨ ਨੇ, ਹੋਰ ਇੰਦਰੀਆਂ ਨੇ ਸਰੀਰ ਦੀਆਂ। ਇੰਦਰੀ ਜਿੱਤ ਉਹ ਹੁੰਦਾ ਹੈ ਜਿਹਦਾ ਪੂਰਨ ਤੌਰ ਤੇ ਆਪਣੇ ਇਹਨਾਂ ਇੰਦਰੀਆਂ ਦੇ ਉੱਪਰ ਕਬਜ਼ਾ ਕੀਤਾ ਹੋਇਆ, ਭਾਵ ਉਸ ਮਨੁੱਖ ਦੇ ਹੁਕਮ ਤੋਂ ਬਿਨਾਂ ਇਹ ਇੰਦਰੀ ਕਿਤੇ ਕੋਈ ਪ੍ਰਕਿਰਿਆ ਜਾਂ ਉਹਦਾ ਪ੍ਰਭਾਵ ਇਸ ਮਨ ਤੇ ਨਹੀਂ ਪਾ ਸਕਣਗੇ। ਇਸ ਬਿਧਨਾ ਦਸਵੇਂ ਅਵਤਾਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੋ ਪ੍ਰਗਟ ਹੋਏ ਹਨ, ਮਹਾ ਜਿਤੰਦਰੇ, ਭਾਵ ਉਹਨਾਂ ਵਰਗਾ ਇੰਦਰੀ ਜਿੱਤ ਸਾਨੂੰ ਮਿਲਣਾ ਹੈ ਕਿਤੇ ਗੁਰਮੁਖੋ। ਕਿੰਨੀ ਵੱਡੀ ਬਖਸ਼ਿਸ਼ ਹੈ। ਜਿਵੇਂ ਜਿਵੇਂ ਅੱਗੇ ਇਤਿਹਾਸ ਦੀ ਕੜੀ ਚੱਲੇਗੀ, ਹੁਣ ਅੱਗੇ ਗੁਣਾਂ ਦਾ ਵਰਣਨ ਹੋਵੇਗਾ, ਤੇ ਇਹ ਸਾਰੀਆਂ ਗੱਲਾਂ ਸਹਿਜੇ ਸਹਿਜੇ ਇਤਿਹਾਸ ਦੀਆਂ ਵਿੱਚੋਂ ਸਾਖੀਆਂ ਨਿਕਲ ਕਰਕੇ ਸਾਡੇ ਸਨਮੁਖ ਆਉਂਦੀਆਂ ਜਾਣਗੀਆਂ। ਇੱਥੇ ਤਾਂ ਸੰਖੇਪ ਵਿੱਚ ਜ਼ਿਕਰ ਕੀਤਾ ਭਾਈ ਸਾਹਿਬ ਜੀ ਨੇ। ਮਹਾ ਬੁੱਧ, ਵੱਡੀ ਬੁੱਧੀ ਦੇ ਮਾਲਕ ਨੇ, ਵੱਡੀ ਅਗੰਮੀ ਬੁੱਧੀ ਹੈ ਮਹਾਰਾਜ ਜੀ ਕੇ ਪਾਸ। ਹਿਰਦੈ ਗੰਭੀਰ ਬੁਲੰਦ, ਤੇ ਹਿਰਦੇ ਤੋਂ ਗੰਭੀਰ। ਗੰਭੀਰ ਤੋਂ ਭਾਵ ਇੱਥੇ ਇਹ ਨਹੀਂ ਵੀ ਸੰਸਾਰਿਕ ਸ਼ੋਕ ਵਿੱਚ ਡੁੱਬੇ ਹੋਏ। ਗੰਭੀਰ ਤੋਂ ਭਾਵ ਇੱਥੇ ਇਹ ਹੈ ਵੀ ਉਹ ਭਗਤੀ ਦੇ ਵਿੱਚ ਪੂਰਨ ਤੌਰ ਤੇ ਟਿਕੇ ਹੋਏ ਨੇ। ਇੰਨਾ ਧੀਰਜ, ਇੰਨਾ ਧਰਵਾਸ ਹੈ ਇਸ ਹਿਰਦੇ ਦੇ ਅੰਦਰ ਕਿ ਇਹਦੀ ਕੋਈ ਮਿਸਾਲ ਨਹੀਂ ਸਾਨੂੰ ਜਗਤ ਵਿੱਚ ਮਿਲੇਗੀ। ਸਭ ਜਗ ਨਰ ਸਿਰਮੌਰ ਹੈ ਸੋਢ ਵੰਸ ਕੇ ਚੰਦ, ਭਾਵ ਜਿਹੜੇ ਹੁਣ ਪੁਰਖ ਸੋਢੀ ਵੰਸ਼ ਦੇ ਵਿੱਚ ਅੱਜ ਜਿਹੜਾ ਲਾਲ ਪ੍ਰਗਟ ਹੋਇਆ ਹੈ ਨਾ, ਇਸ ਲਾਲ ਨੇ ਸੋਢੀ ਵੰਸ਼ ਦੀ ਉਪਮਾ ਨੂੰ ਇਤਨਾ ਕਰਨਾ ਹੈ ਕਿ ਮਾਨੋ ਦੁਨੀਆ ਦੇ ਵਿੱਚ ਰਹਿੰਦੀ ਦੁਨੀਆ ਤੱਕ ਸੋਢੀ ਵੰਸ਼ ਦਾ ਜਿਹੜਾ ਨਾਮ ਹੈ ਉਹ ਚਮਕਦਾ ਰਹੇਗਾ, ਕਿਉਂਕਿ ਇਹ ਬਖਸ਼ਿਸ਼ ਹੈ। ਸੋਢੀ ਵੰਸ਼ ਨੂੰ ਗੱਦੀ ਮਿਲੀ ਹੈ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਕੇ ਵੇਲੇ, ਕਿਉਂਕਿ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਬੇਦੀਆਂ ਦੀ ਕੁਲ ਵਿੱਚੋਂ ਸਨ, ਅੱਗੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਭੱਲਿਆਂ ਦੀ ਕੁਲ ਵਿੱਚੋਂ ਸਨ, ਤੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੋਢੀਆਂ ਦੀ। ਤੇ ਅੱਗੇ ਜਦੋਂ ਇਹ ਪੀੜ੍ਹੀ ਚੱਲੀ, ਫਿਰ ਅੱਗੇ ਤੋਂ ਅੱਗੇ ਸੋਢੀ ਵੰਸ਼ ਹੀ 10ਵੇਂ ਅਵਤਾਰ ਤੱਕ ਚੱਲਦਾ ਰਿਹਾ, ਕਿਉਂਕਿ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਕੇ ਪੁੱਤਰ ਗੁਰੂ ਅਰਜਨ ਦੇਵ ਸਾਹਿਬ, ਗੁਰੂ ਅਰਜਨ ਦੇਵ ਸਾਹਿਬ ਜੀ ਕੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੇ ਸੁਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਤੇ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੇ ਸੁਪੁੱਤਰ ਪੈਦਾ ਹੋਏ ਨੇ ਲਾਲ ਗੋਬਿੰਦ ਰਾਏ ਜੀ। ਇਸ ਲਈ ਵੰਸ਼ ਉਹੀ ਹੈ, ਕਿਉਂਕਿ ਪਿਤਾ ਗੁਰੂ ਤੇਗ ਬਹਾਦਰ ਨੇ, ਦਾਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ, ਪੜਦਾਦਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ। ਸੋ ਇਸ ਵਿੱਚ ਸੋਢੀ ਵੰਸ਼, ਅੱਜ ਉਹ ਸੋਢੀ ਵੰਸ਼ ਇਸ ਇੱਥੋਂ ਤੱਕ ਪਹੁੰਚ ਗਿਆ, ਭਾਵੇਂ ਇਸ ਵਡਿਆਈ ਤੱਕ ਪਹੁੰਚ ਗਿਆ ਕਿ ਅੱਜ ਇਹ ਜਿਹੜਾ ਸੋਢੀ ਵੰਸ਼ ਦੇ ਵਿੱਚ ਲਾਲ ਪੈਦਾ ਹੋਇਆ, ਇਸ ਨੇ ਰਹਿੰਦੀ ਦੁਨੀਆ ਤੱਕ ਇਸ ਵੰਸ਼ ਦੇ ਨਾਮ ਨੂੰ ਅਮਰ ਕਰ ਦੇਣਾ। ਇੱਥੇ ਸ਼ਬਦ ਭਾਈ ਸਾਹਿਬ ਜੀ ਨੇ ਵਰਤਿਆ ਚੰਦ। ਚੰਦ ਦਾ ਮਤਲਬ ਹੈ ਵੀ ਇਹ ਸੋਢੀ ਵੰਸ਼ ਵੀ ਇਸ ਚੰਦ ਤਰ੍ਹਾਂ ਚਮਕਦਾ ਰਹੇਗਾ ਜਿਹੜਾ ਚੰਦ ਸਾਡੇ ਅਸਮਾਨ ਵਿੱਚ ਚਮਕਦਾ। ਇਸ ਲਈ ਇਹ ਪੁਰਖ ਲਾਲ ਗੋਬਿੰਦ ਰਾਏ ਜੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਗ੍ਰਹਿ ਵਿਖੇ ਪ੍ਰਗਟ ਹੋਏ ਹਨ, ਸੋ ਇਹ ਸਭ ਸ਼ੁਭ ਲਗਨ, ਸ਼ੁਭ ਨਕਸ਼ਤਰ, ਸ਼ੁਭ ਗੁਣ ਜਿਹੜੇ ਹਨ ਉਹਨਾਂ ਦੇ ਜੀਵਨ ਵਿੱਚ ਹਨ ਜੀ। ਚੌਪਈ ਇਤਿਆਦਿ ਗੁਣ ਬਹੁਤ ਸੁਣਾਏ, ਇਸ ਵਿਧਨਾ ਬਹੁਤ ਸਾਰੇ ਗੁਣ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਜੀਵਨ ਦੇ ਜੀ। ਸਹਿਤ ਕਿਰਪਾਲ ਸਿੱਖਿਆ ਹਰ ਖਾਏ, ਤੇ ਜਿਵੇਂ ਸਾਰੇ ਗੁਣਾਂ ਦਾ ਵਰਣਨ ਹੋ ਰਿਹਾ ਹੈ, ਜਿਵੇਂ ਗੱਲਬਾਤ ਚੱਲ ਰਹੀ ਹੈ ਵੀ ਕਿਹੜੇ ਕਿਹੜੇ ਗੁਣ ਹਨ, ਸੋ ਇੱਥੇ ਨਾ ਇਹਨਾਂ ਗੁਣਾਂ ਦਾ ਵਿਖਿਆਨ ਕਰਦੇ ਹੋਏ ਮਾਮਾ ਕਿਰਪਾਲ ਚੰਦ ਜੀ ਤੇ ਹੋਰ ਗੁਰੂ ਕੇ ਸਿੱਖ ਆਪਸ ਵਿੱਚ ਵਾਰਤਾਲਾਪ ਕਰ ਰਹੇ ਹਨ। ਦਿਓ ਬ੍ਰਿਪ ਕੋ ਦਰਬ ਕਨੇਰਾ, ਤੇ ਮਹਾਰਾਜ ਜੀ ਕੀ ਅਵਤਾਰ ਦੀ ਖੁਸ਼ੀ ਵਿੱਚ ਬੇਅੰਤ ਜਿਹੜਾ ਧਨ ਹੈ ਉਹ ਵੰਡਿਆ ਗਿਆ ਹੈ। ਮੰਗਲ ਉਤਸਵ ਹੋਤ ਬਡੇਰਾ, ਬਹੁਤ ਖੁਸ਼ੀ ਦਾ ਸਮਾਂ ਹੈ, ਬੜਾ ਵੱਡਾ ਉਤਸਵ, ਜਿਵੇਂ ਆਪਾਂ ਕਹਿ ਲਈਏ ਵੀ ਇੱਕ ਭਾਰੀ ਗੁਰਪੁਰਬ ਬਣ ਗਿਆ ਮਹਾਰਾਜ ਜੀ ਕੇ ਘਰ ਅੰਦਰ। ਬੇਅੰਤ ਸੰਗਤਾਂ ਰੋਜ਼ ਆ ਰਹੀਆਂ ਨੇ,
ਰੋਜ਼ਾਨਾ ਇਹ ਵਧਾਈ ਦਿੱਤੀ ਜਾ ਰਹੀ ਹੈ ਤੇ ਰੋਜ਼ਾਨਾ ਹੀ ਬੇਅੰਤ ਧਨ ਜਿਹੜਾ ਹੈ ਉਹ ਮਾਤਾ ਜੀ ਵੱਲੋਂ ਵੰਡਿਆ ਜਾ ਰਿਹਾ ਸੀ। ਸੰਗਤ ਮਹਾ ਆਨੰਦ ਤਰ ਆਵੈ। ਬੇਅੰਤ ਸੰਗਤਾਂ ਆਰੰਭ ਤੋਂ ਹੀ ਮੁੱਢ ਤੋਂ ਹੀ ਜਦੋਂ ਘਰ ਤੋਂ ਤੁਰਦੇ ਨੇ ਨਾ, ਬੇਅੰਤ ਖੁਸ਼ੀ ਲੈ ਕਰਕੇ ਵੀ ਚਲੋ ਮਹਾਰਾਜ ਜੀ ਕੇ ਘਰ ਲਾਲ ਜੀ ਕੇ ਦਰਸ਼ਨ ਪਾਉਣੇ ਹਨ। ਅਨਕ ਭਾਂਤ ਭੇਟਨ ਅਰ ਪਾਵੈ। ਅਨੇਕਾਂ ਪ੍ਰਕਾਰ ਦੀਆਂ ਨਾਨਾ ਪ੍ਰਕਾਰ ਦੀਆਂ ਭੇਟਾਵਾਂ ਸੰਗਤ ਲੈ ਕੇ ਆਉਂਦੀ ਹੈ ਤੇ ਅੱਗੋਂ ਨਾਨਾ ਪ੍ਰਕਾਰ ਦੀ ਬਖਸ਼ਿਸ਼ ਜਿਹੜੀ ਹੈ ਉਹ ਮਾਤਾ ਜੀ ਵੱਲੋਂ ਸੰਗਤ ਨੂੰ ਮਿਲਦੀ ਹੈ ਜੀ। ਪਟਨੇ ਪੁਰਬਾਸੀ ਸਿੱਖ ਜਈ। ਤੇ ਭਾਈ ਸਾਹਿਬ ਜੀ ਕਹਿੰਦੇ ਹਨ ਜਿਤਨੇ ਪਟਨੇ ਦੇ ਅੰਦਰ ਵਸਣ ਵਾਲੇ ਸਿੱਖ ਸਨ ਪੰਚਾਂ ਮਿਰਤ ਕਰਵਾਵੈ ਤੇਈ। ਉਹ ਸਾਰੇ ਸਿੱਖ ਨਾ ਇਸ ਖੁਸ਼ੀ ਦੇ ਵਿੱਚ ਰੋਜ਼ ਆਪਣੇ ਆਪਣੇ ਘਰ ਤੋਂ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਲਿਆਉਂਦੇ ਹਨ। ਸਿੱਖ ਦੇ ਅੰਦਰ ਵੀ ਖੁਸ਼ੀ ਹੈ ਨਾ, ਗੁਰੂ ਦਾ ਪ੍ਰਕਾਸ਼ ਹੈ। ਅੱਜ ਵੀ ਜਦੋਂ ਕਿਤੇ ਪ੍ਰਕਾਸ਼ ਪੁਰਬ ਆਉਂਦਾ ਸਿੱਖ ਕਿਹੜੇ ਚਾਵਾਂ ਨਾਲ ਕਿੰਨੇ ਉਤਸ਼ਾਹ ਦੇ ਨਾਲ ਇਹ ਸਾਰੇ ਕਾਰਜ ਕਰਦਾ। ਗੁਰਪੁਰਬ ਮਨਾਉਣਾ, ਦੇਗ ਤਿਆਰ ਕਰਕੇ ਲਿਆਉਣੀ, ਗੁਰਬਾਣੀ ਦਾ ਪਾਠ ਕਰਨਾ, ਹੋਰ ਭੇਟਾਵਾਂ ਲੈ ਕੇ ਆਉਣੀਆਂ, ਗੁਰੂ ਕੇ ਦਰ ਤੇ ਸੇਵਾ ਕਰਨੀ। ਸੋ ਇੱਦਾਂ ਨਾ ਪਟਨੇਪੁਰ ਦੀ ਜਿਹੜੀ ਸੰਗਤ ਹੈ, ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ, ਪਟਨੇ ਦੇ ਤੇ ਬਹੁਤ ਹੀ ਵੱਡੇ ਭਾਗ ਨੇ ਕਿ ਪਹਿਲੇ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸੁਭਾਵਿਕ ਚਰਨ ਪਾਏ ਨੇ, ਪਰੰਤੂ ਅੱਜ ਜਿਹੜਾ ਆਨੰਦ ਬਣਿਆ ਹੈ, ਜਿਹੜੇ ਲਾਲ ਪ੍ਰਗਟ ਹੋਏ ਨੇ, ਇਹਨਾਂ ਨੇ ਤਾਂ ਇਸ ਪਟਨੇ ਦੀ ਸਥਾਨ ਨੂੰ ਹੀ ਅਮਰ ਕਰ ਦਿੱਤਾ ਹੈ। ਸੋ ਇਸ ਬਿਧ ਪਟਨੇ ਦੇ ਸਾਰੇ ਸਿੱਖ ਖੁਸ਼ੀ ਦੇ ਵਿੱਚ ਰੋਜ਼ਾਨਾ ਹੀ ਆਪਣੇ ਘਰ ਤੋਂ ਦੇਗ ਪ੍ਰਸ਼ਾਦ ਤਿਆਰ ਕਰਕੇ ਮਹਾਰਾਜ ਕੀ ਹਜ਼ੂਰੀ ਵਿੱਚ ਲੈ ਆਉਂਦੇ ਹਨ। ਸਹਿਤ ਪਾਰਜਾ ਪੈਰ ਸੋ ਅੰਬਰ। ਸਹਿਤ ਭਾਰਜਾ ਭਾਵ ਸਿੱਖਾਂ ਦੀਆਂ ਜਿਹੜੀਆਂ ਸੁਪਤਨੀਆਂ ਹਨ ਜਾਂ ਪਰਿਵਾਰ ਹੈ, ਉਹ ਸਭ ਸੋਹਣੇ ਸੁੰਦਰ ਵਸਤਰ ਪਹਿਨ ਕਰਕੇ ਜਨ ਕਨ ਛਟਾ ਦਿਪੈਜ ਵਿਜ ਅੰਬਰ। ਤੇ ਇਉਂ ਸੰਗਤਾਂ ਦੇ ਵੱਡੇ ਇਕੱਠ ਉਤਰ ਕੇ ਆਉਂਦੇ ਹਨ। ਜਿਵੇਂ ਕਿਤੇ ਸਾਉਣ ਦੇ ਮਹੀਨੇ ਵਿੱਚ ਆਪਾਂ ਵੇਖਦੇ ਆ ਨਾ, ਵੇਖਦਿਆਂ ਬੱਦਲ ਚੜ ਜਾਂਦਾ ਤੇ ਬਰਸਾਤ ਹੋ ਜਾਂਦੀ ਹੈ। ਇਦਾਂ ਬੇਅੰਤ ਸੰਗਤਾਂ ਦੇ ਇਕੱਠ, ਵੱਡੇ ਵੱਡੇ ਇਕੱਠ ਟੋਲੀਆਂ ਦੇ ਰੂਪ ਵਿੱਚ ਬੇਅੰਤ ਸੰਗਤਾਂ ਦਰਸ਼ਨ ਪਾਉਣ ਦੇ ਲਈ ਮਹਾਰਾਜ ਜੀ ਕੇ ਘਰ ਹਾਜ਼ਰ ਹੁੰਦੀਆਂ ਹਨ। ਉਤਸਵ ਕਰਤ ਸ਼ਬਦ ਗੋ ਗਾਵਤ। ਬਹੁਤ ਵੱਡਾ ਭਾਰੀ ਗੁਰਪੁਰਬ ਹੁੰਦਾ ਹੈ, ਕਿਉਂਕਿ ਇਹ ਵਿਸ਼ੇਸ਼ ਪੁਰਬ ਹੈ ਗੁਰੂ ਦਾ, ਗੁਰੂ ਦੇ ਪ੍ਰਕਾਸ਼ ਦਾ ਪੁਰਬ, ਗੁਰਪੁਰਬ ਉਤਸਵ ਹੁੰਦਾ ਹੈ। ਫਿਰ ਇਸ ਖੁਸ਼ੀ ਵਿੱਚ ਸ਼ਬਦ ਦਾ ਕੀਰਤਨ ਚੱਲਦਾ ਹੈ ਜੀ। ਸ਼੍ਰੀ ਨਾਨਕ ਕਹੈ ਸੀਸ ਨਿਵਾਵਤ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਯਾਦ ਕਰਕੇ, ਗੁਰੂ ਜੋਤ ਨੂੰ ਧਿਆ ਕਰਕੇ ਸਾਰੀ ਸੰਗਤ ਸ਼ੁਕਰਾਨਾ ਕਰਦੀ ਹੈ। ਖਿਰੈ ਦਵਾਰ ਅਰਦਾਸ ਕਰਾਵੈ। ਤੇ ਫਿਰ ਜਿਹੜੀ ਸੰਗਤ ਹੈ ਜੋ ਵੀ ਦੂਰ ਨੇੜੇ ਤੋਂ ਪ੍ਰਸ਼ਾਦ, ਕੜਾਹ ਪ੍ਰਸ਼ਾਦ ਲੈ ਕੇ ਆਈ ਜਾਂ ਹੋਰ ਭੇਟਾਵਾਂ ਲੈ ਕੇ ਆਈ, ਮਹਾਰਾਜ ਜੀ ਕੀ ਹਜ਼ੂਰੀ ਵਿੱਚ ਬੈਠ ਕੇ ਕੀਰਤਨ ਕੀਤਾ ਜਾਂ ਕੀਰਤਨ ਸੁਣਿਆ, ਫਿਰ ਜਦੋਂ ਵਾਪਸ ਮੁੜਨਾ ਹੁੰਦਾ ਹੈ, ਫਿਰ ਸੰਗਤ ਕੀ ਕਰਦੀ ਹੈ, ਉਸ ਦਵਾਰ ਤੇ ਜਾ ਕੇ ਖੜੀ ਹੋ ਜਾਂਦੀ ਹੈ। ਉਹ ਦਵਾਰ ਕਿਹੜਾ, ਮੈਂ ਪਹਿਲੇ ਬੇਨਤੀ ਕੀਤੀ ਹੈ, ਜਿਸ ਕਮਰੇ ਦੇ ਅੰਦਰ, ਜਿਸ ਸਥਾਨ ਤੇ, ਜਿਸ ਘਰ ਦੇ ਅੰਦਰ ਲਾਲ ਗੋਬਿੰਦ ਰਾਏ ਜੀ ਦੀ ਆਮਦ ਹੋਈ, ਪ੍ਰਕਾਸ਼ ਹੋਇਆ, ਅਜੇ ਤੱਕ ਸੰਗਤ ਨੂੰ ਦਰਸ਼ਨ ਨਹੀਂ ਹੋਇਆ, ਲੇਕਿਨ ਸੰਗਤ ਜਿਹੜੀ ਹੈ ਉਸ ਦੁਆਰ ਦੇ ਸਨਮੁਖ ਖੜੇ ਹੋ ਕੇ ਆਪਣੀ ਅਰਦਾਸ ਗੁਜ਼ਾਰ ਦਿੰਦੀ ਹੈ, ਅਰਦਾਸ ਕਰਦੀ ਹੈ ਤੇ ਫਿਰ ਉੱਥੋਂ ਵਾਪਸ ਚਲੇ ਜਾਂਦੇ ਹਨ। ਤਰੈ ਭਾਵਨਾ ਤਰ ਸਿਰ ਲਾਵੈ। ਬੜੀ ਭਾਵਨਾ ਸਹਿਤ, ਬੜੇ ਪਿਆਰ ਸਹਿਤ, ਵੇਖੋ ਇਹ ਸੰਗਤ ਦਾ ਇੱਕ ਪਿਆਰ ਹੀ ਹੈ, ਕਿਉਂਕਿ ਅਜੇ ਤੱਕ ਤੇ ਉਸ ਪਾਵਨ ਮੂਰਤ ਦਾ ਦੀਦਾਰ ਵੀ ਨਹੀਂ ਹੋ ਰਿਹਾ, ਫਿਰ ਵੀ ਭਾਵਨਾ ਸਹਿਤ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਨੂੰ ਯਾਦ ਕਰਕੇ, ਭਾਵਨਾ ਦੇ ਨਾਲ ਅਰਦਾਸ ਬੇਨਤੀ ਕਰਕੇ, ਸੀਸ ਨਿਵਾ ਕਰਕੇ ਸੰਗਤ ਆਸ਼ੀਰਵਾਦ ਪ੍ਰਾਪਤ ਕਰਦੀ ਹੈ ਜੀ। ਨਗਰ ਵਿਸਾਲ ਸੁਨੈ ਨਰ ਜਯੋ ਜਯੋ। ਵੱਡੇ ਵੱਡੇ ਨਗਰ ਪਟਨੇ ਦੇ ਆਸ-ਪਾਸ ਦੇ ਜਿੱਥੋਂ ਜਿੱਥੋਂ ਦੇ ਵੀ ਮਨੁੱਖ ਵਸਦੇ ਹਨ, ਜਿਹੜੇ ਜਿਹੜੇ ਨਗਰਾਂ ਵਿੱਚ ਵਸਦੇ ਸਨ, ਜਿਵੇਂ ਜਿਵੇਂ ਇਹ ਖਬਰ, ਇਹ ਜਿਹੜੀ ਸੋਏ ਹੈ ਉਹ ਸਾਰੀ ਸੰਗਤ ਨੂੰ ਪ੍ਰਾਪਤ ਹੋਈ। ਨਮੋ ਕਰਨ ਕੋ ਪਹੁੰਚੈ ਤਯੋ ਤਯੋ। ਉਹ ਸਾਰੇ ਦੇ ਸਾਰੇ ਫਿਰ ਸਮਾਂ ਕੱਢ ਕੇ ਆਪਣੇ ਕਾਰਜਾਂ ਨੂੰ ਸੰਕੋਚ ਕਰਕੇ ਮਹਾਰਾਜ ਜੀ ਕੇ ਘਰ ਅੰਦਰ ਇਸ ਵਿਸ਼ੇਸ਼ ਸਮੇਂ ਤੇ, ਕਿਉਂਕਿ ਲਾਲ ਗੋਬਿੰਦ ਰਾਏ ਜੀ ਪ੍ਰਗਟ ਹੋਏ ਹਨ, ਸੋ ਨਮਸਕਾਰ ਕਰਨ ਲਈ ਪਹੁੰਚੇ ਸਨ। ਇੱਕ ਅਰਪੈ ਇੱਕ ਜਾਵਤ ਲੇਤੇ। ਇੱਕ ਆ ਰਿਹਾ ਹੈ, ਆਪਣੀਆਂ ਭੇਟਾਵਾਂ ਮਹਾਰਾਜ ਜੀ ਕੇ ਘਰ ਅਰਪਿਤ ਕਰ ਰਿਹਾ ਹੈ, ਤੇ ਇੱਕ ਭੇਟਾ ਲੈ ਕੇ ਮਹਾਰਾਜ ਜੀ ਕੇ ਘਰੋਂ ਬਖਸ਼ਿਸ਼ ਲੈ ਕੇ ਵਾਪਸ ਜਾ ਰਿਹਾ। ਇਦਾਂ ਦਾ ਜਿਹੜਾ ਹੈ ਨਾ ਨਿਰੰਤਰ ਜਿਹੜਾ ਕਾਰਜ ਹੈ ਉਹ ਚੱਲ ਰਿਹਾ। ਤੇ ਇਹ ਵੀ ਨਾ ਅਸੀਂ ਇਤਿਹਾਸ ਵਿੱਚ ਵੇਖਾਂਗੇ, ਅੱਗੇ ਜ਼ਿਕਰ ਆਵੇਗਾ, ਇਹ ਕੋਈ ਇੱਕ ਆਧ ਦਿਨ ਨਹੀਂ ਸੀ ਚੱਲਿਆ ਗੁਰੂ ਕੋ,
ਇਹ ਨਿਰੰਤਰ ਬੜੇ ਦਿਨ ਇਦਾਂ ਮਹਾਰਾਜ ਜੀ ਕੇ ਘਰ ਅੰਦਰ ਇਹ ਉਤਸਵ ਜਿਹੜਾ ਹੈ ਉਹ ਬਣਦਾ ਰਿਹਾ। ਸਤਿਗੁਰ ਹੇਤ ਦੇਤੇ ਹੈ ਕੀਤੇ, ਸਤਿਗੁਰਾਂ ਦੇ ਨਿਮਿਤ ਬੇਅੰਤ ਭਟਾਵਾਂ, ਬੇਅੰਤ ਧਨ ਪਦਾਰਥ ਆਦਿਕ ਸੰਗਤਾਂ ਜਿਹੜਾ ਲੈ ਕਰਕੇ ਆਈਆਂ ਹਨ, ਭੇਟ ਕੀਤਾ ਗਿਆ ਹੈ। ਬਨਕ ਤਨਾੜ ਮਿਲੈ ਗਣ ਆਏ, ਤੇ ਬਹੁਤ ਸਾਰੇ ਅਨਮਤੀਏ, ਜਿਵੇਂ ਬਨਕ ਦਾ ਅਰਥ ਹੁੰਦਾ ਬਾਣੀਏ ਲੋਕ, ਧਨਾੜ ਦਾ ਭਾਵ ਜਿਨ੍ਹਾਂ ਪਾਸ ਧਨ ਦੀ ਬਹੁਤਾਤ ਹੁੰਦੀ ਹੈ, ਵਪਾਰੀ ਲੋਕ ਜਿਨ੍ਹਾਂ ਦੇ ਵੱਡੇ ਵੱਡੇ ਕਾਰੋਬਾਰ ਨੇ, ਉਹ ਵੀ ਬਹੁਤ ਸਾਰੇ ਵੱਡੇ ਜਮਾਤੀ ਇਕੱਤਰ ਹੋ ਕਰਕੇ ਮਹਾਰਾਜ ਜੀ ਕੇ ਘਰ ਅੰਦਰ ਦਰਸ਼ਨ ਪ੍ਰਾਪਤ ਕਰਨ ਆਏ ਹਨ। ਅਨਕ ਉਪਾਇਨ ਕੋ ਅਰ ਪਾਏ, ਤੇ ਉਹ ਵੀ ਆਪਣੇ ਪਾਸ ਤੋਂ ਅਨੇਕਾਂ ਭੇਟਾਵਾਂ ਲੈ ਕੇ ਮਹਾਰਾਜ ਜੀ ਕੇ ਘਰ ਅੰਦਰ ਹਾਜ਼ਰ ਹੋਏ। ਬੇਅੰਤ ਨੇ ਦਰਸ਼ਨ ਪਾਇਆ, ਬੇਅੰਤਾਂ ਨੇ ਅਜੇ ਹੋਰ ਹੋਣਾ ਹੈ। ਇੱਕ ਵੱਡਾ ਉਤਸਵ ਹੋ ਰਿਹਾ ਮਹਾਰਾਜ ਜੀ ਕੇ ਘਰ ਅੰਦਰ, ਤੇ ਇਹ ਉਤਸਵ ਕੋਈ ਇੱਕ ਦੋ ਦਿਨ ਦਾ ਨਹੀਂ। ਮੈਂ ਫਿਰ ਬੇਨਤੀ ਕਰਦਾ, ਬੜੇ ਦਿਨ ਲਗਾਤਾਰ ਨਿਰੰਤਰ ਇਦਾਂ ਬਖਸ਼ਿਸ਼ ਵਰਤਣੀ ਹੈ, ਕਿਉਂਕਿ ਸਾਡਾ ਇਤਿਹਾਸ ਤਾਂ ਅੱਗੇ ਸਾਖੀ ਵੀ ਆਵੇਗੀ। ਇਹ ਕਹਿੰਦਾ ਵੀ ਪਟਨੇ ਦੀ ਧਰਤੀ ਤੇ ਲਾਲ ਗੋਬਿੰਦ ਰਾਏ ਜੀ ਪ੍ਰਗਟ ਹੋਏ, ਤੇ ਪੰਜਾਬ ਦੀ ਧਰਤੀ ਤੋਂ ਪੀਰ ਭੀਖ ਹਮਸ਼ਾ ਜਿਹੜਾ ਹੈ ਦਰਸ਼ਨ ਕਰਨ ਦੇ ਲਈ ਦੁਆਰੇ ਜਾ ਕੇ ਬਹਿ ਗਿਆ। ਸੋ ਜਿਵੇਂ ਜਿਵੇਂ ਇਹ ਇਤਿਹਾਸ ਦੀ ਕੜੀ ਅੱਗੇ ਚੱਲੇਗੀ, ਯਤਨ ਕਰਾਂਗੇ ਆਪਾਂ ਇਸੇ ਤਰ੍ਹਾਂ ਹੀ ਵਿਸਤਾਰ ਸਹਿਤ ਸਾਰੀ ਘਟਨਾ ਆਪ ਸੰਗਤਾਂ ਦੇ ਨਾਲ ਸਾਂਝਿਆਂ ਕਰਨ ਦਾ। ਜੀ ਅੱਜ ਇੱਥੇ ਹੀ ਸਮਾਪਤੀ ਹੈ, ਸਮਾਂ ਹੋ ਚੁੱਕਾ। ਆਓ ਹੁਣ ਗੁਰਬਾਣੀ ਦੇ ਕੀਰਤਨ ਸਰਵਣ ਕਰੀਏ। ਗੁਰੂ ਇਤਿਹਾਸ ਵਾਚਦਿਆਂ ਹੋਈਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗੁਰਦੇਵ ਗੁਰੂ ਕੀ ਸੰਗਤ ਬਖਸ਼ ਲੈਣਾ ਜੀ। ਆਓ ਗੁਰੂ ਫਤਿਹ ਨਾਲ ਸਾਂਝ ਪਾਈਏ। ਫਤਿਹ ਪ੍ਰਵਾਨਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।